स्वागत है आपका प्रोग्राम जन्म कुंडली में। कैसा होगा ग्रहों का हाल आपके लिए, किस तरह से आप ले पाएंगे इनसे लाभ, क्या होगी दशा आपके लिए, देखना ना भूलें जन्म कुंडली विद अनिल शर्मा ऑन MA TV। जनानियां निकल जानियां ਉਹਦਾ ਕੀ ਬਣਦਾ ਹੈ ਇਹ ਵੀ ਸੋਚੋ ਨਾ। ਦੇਖੋ ਆਸ਼ਕੀਆਂ ਨਿਕਲਣਾ ਜਮਾਉਣੇ ਵਾਲੇ ਕਿਹੜੇ ਜਮਾਉਣੇ ਪਈ ਜਦੋਂ ਪਾਲਣੇ ਨਹੀਂ ਤਾਂ। ਜੀ ਜੀ ਬਿਲਕੁਲ ਇਹ ਤੁਹਾਡੀ ਗੱਲ ਸੀ ਜੀ। ਫਿਰ ਨਿਕਲ ਗਏ ਨਾ 3 ਸਾਲ ਤੱਕ ਆਈ ਨਹੀਂ ਹੋਈ ਸੀ, ਉਹ ਤਾਂ ਆਸ਼ਕੀਆਂ ਨਿਕਲ ਗਈ ਜੀ ਹੈ। ਤੇ ਉਹ ਮਾਂ ਵੀ ਉਹਦੀ ਰੰਡੀ ਕੁੜੀ ਆਈ ਤਾਂ ਹੁਣ ਮੈਂ ਹੁਣ ਕੀ TV ਸੁਣ ਕਹਾ ਜੀ ਜੇ ਇਹ ਰਸਤਾ ਪੇਜ ਦੱਸਿਆ ਕੰਜਰ ਨੇ ਪੈਸੇ ਕਮਾ ਇੰਗਲੈਂਡੋਂ ਛੇਤੀ ਛੇਤੀ ਨਾਲ ਭੇਜ। ਜੀ 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 ਹੈ ਨਾ। ਤੇ ਉਹ ਜੇ ਰਾਸ਼ਟਰੀ ਖਰੇ ਕਿੰਨੇ ਖਲੇ ਕਰਨੇ ਆ ਇਹ ਵੀ ਪਤਾ ਨਹੀਂ ਉਹਦਾ। ਜੀ 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 ਮੈਂ ਇਸ ਦੇਖੋ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਮੁੰਡੇ ਔਰ ਕੁੜੀਆਂ ਵਿੱਚ ਫਰਕ ਕੀਤਾ ਜਾਂਦਾ ਹੈ, ਮੁੰਡੇ ਔਰ ਕੁੜੀਆਂ 'ਚ ਫਰਕ ਕੀਤਾ ਆਪਾਂ ਸਾਰੇ ਰੌਲਾ ਪਾਉਂਦੇ ਤੇ ਅੱਜ ਆਪਾਂ ਇਹ ਕਹਿੰਦੇ ਆ ਕਿ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਹੈਗਾ। ਔਰ ਸੱਚੀ ਗੱਲ ਹੈ ਕਿ ਮੁੰਡੇ ਕੁੜੀਆਂ 'ਚ ਕੋਈ ਫਰਕ ਹੈ ਵੀ ਨਹੀਂ ਹੈਗਾ। ਪਰ ਜੋ ਗੱਲ ਹੁਣੇ ਤੁਸੀਂ ਕੀਤੀ ਆ ਕਿ ਉਹਦੇ ਮਾਪੇ ਵੀ ਇਦਾਂ ਦੇ ਹੀ ਹੋਣੇ ਆ। ਜਦੋਂ ਇੱਕ ਲੜਕੀ ਦੀ ਗਲਤੀ ਹੁੰਦੀ ਆ ਤੇ ਪਰਿਵਾਰ ਦੇ ਉੱਤੇ ਬਹੁਤ ਭੈੜੇ ਜਿਹੜੇ ਆ ਲਾਂਛਨ ਉਹ ਲਗਾਉਂਦੀ ਆ। ਸ਼ਾਇਦ ਇਹੀ ਗੱਲ ਹੈ ਜਿਹਦੇ ਕਰਕੇ ਕਈ ਵਾਰੀ ਆਪਾਂ ਜਿਹੜੀ ਔਰਤ ਦੀ ਸ਼ਕਤੀ ਆ, ਜਿਹੜੀ ਔਰਤ ਸ਼ਕਤੀ ਆ, ਅਸੀਂ ਉਹਨੂੰ ਮਤਲਬ ਕਿਤੇ ਕਿਤੇ ਦਬਾ ਕੇ ਰੱਖਣ ਦੀ ਆ। ਕੋਈ ਵੀ ਚੀਜ਼ ਆ, ਮੈਂ ਇੱਕ ਜਨਰਲ ਉਦਾਹਰਨ ਦਊਂਗਾ, ਪਰਮਾਤਮਾ ਸਾਰਿਆਂ ਨੂੰ ਸਮੱਤ ਦੇਵੇ, ਆਪਾਂ ਆਪਣੇ ਪਰਿਵਾਰਾਂ ਵਿੱਚ ਆਪਣੇ ਸਮਾਜ ਦੇ ਵਿੱਚ ਵਧੀਆ ਰੁਤਬਾ ਰੱਖੀਏ, ਵਧੀਆ ਅੱਗੇ ਵਧੀਏ। ਪਰ ਕੋਈ ਵੀ ਚੀਜ਼, ਇੱਕ ਚੀਜ਼ ਦਾ ਖਿਆਲ ਰੱਖੋ, ਇਹ ਆਪਾਂ ਸਾਰਿਆਂ ਨੂੰ ਪਤਾ ਕਿ ਜਦੋਂ ਕਿਸੇ ਵੀ ਚੀਜ਼ ਦੀ ਉਪਯੋਗਤਾ ਤੋਂ ਜ਼ਿਆਦਾ ਉਹਦਾ ਯੂਜ਼ ਕੀਤਾ ਜਾਂਦਾ ਆ ਤੇ ਉਹ ਹਮੇਸ਼ਾ ਹੀ ਨੁਕਸਾਨ ਕਰਦੀ ਆ। ਲੋੜ ਤੋਂ ਜ਼ਿਆਦਾ ਖਾ ਲਓ ਉਹ ਵੀ ਨੁਕਸਾਨ ਕਰਦਾ ਆ, ਲੋੜ ਤੋਂ ਜ਼ਿਆਦਾ ਸੌਂ ਲਓ ਉਹ ਵੀ ਤੁਹਾਨੂੰ ਨੁਕਸਾਨ ਕਰਦਾ, ਨਾ ਸੌਵੋ ਉਹ ਵੀ ਨੁਕਸਾਨ ਕਰਦਾ ਆ। ਅੱਗ ਜੇ ਆਪਾਂ ਉੱਤੇ ਇੱਕ ਅੰਕੁਸ਼ ਆ ਸਾਡਾ, ਜੇ ਅਸੀਂ ਉਸ ਅੰਕੁਸ਼ ਉਹਨੂੰ ਰੱਖਦੇ ਹਾਂ ਤੇ ਅਸੀਂ ਭੋਜਨ ਤਿਆਰ ਕਰ ਸਕਦੇ ਹਾਂ, ਉਹਨਾਂ ਖਾਣਾ ਬਣਾਉਂਦੇ ਆ, ਉਹਦੇ ਨਾਲ ਅਸੀਂ ਹੀਟਿੰਗ ਆਪਣੇ ਘਰਾਂ ਵਿੱਚ ਲਾਈ ਹੋਈ ਦਾ ਬੜਾ ਵਧੀਆ ਯੂਜ਼ ਕਰਦੇ ਹਾਂ। ਤੇ ਜੇ ਉਹ ਅੱਗ ਸਾਡੇ ਕੰਟਰੋਲ ਚੋਂ ਬਾਹਰ 1 ਮਿੰਟ ਲੱਗਦਾ ਉਹਨੂੰ ਜਾਲ ਕੇ ਸਾਰਾ ਕੁਝ ਸਵਾਹ ਕਰ ਦਿੰਦੀ ਆ। ਸੋ ਇਹ ਜਿਹੜਾ ਅੰਕੁਸ਼ ਹੈ ਜ਼ਰੂਰੀ ਹੁੰਦਾ ਹਰ ਇੱਕ ਇਨਸਾਨ ਤੇ। ਇਹ ਗੱਲ ਨਹੀਂ ਕਿ ਔਰਤ ਦੇ ਉੱਤੇ ਹੀ ਅੰਕੁਸ਼ ਹੋਣਾ ਚਾਹੀਦਾ ਹੈ, ਅੰਕੁਸ਼ ਲੜਕਿਆਂ ਉੱਤੇ ਵੀ ਔਰ ਮਰਦਾਂ ਉੱਤੇ ਵੀ ਹੋਣਾ ਚਾਹੀਦਾ ਆ। ਕਿਉਂਕਿ ਇਸ ਗੱਲ ਦੇ ਵਿੱਚ ਇਕੱਲੀ ਔਰਤ ਜ਼ਿੰਮੇਵਾਰ ਨਹੀਂ ਹੁੰਦੀ, ਉਹ ਵੀ ਉਨਾ ਹੀ ਬਰਾਬਰ ਦਾ ਜ਼ਿੰਮੇਵਾਰ ਹੁੰਦਾ ਆ। ਜਿਹੜਾ ਵੀ ਹੁੰਦਾ ਇਹ ਹੁਣ ਸਮਝਣ ਦੀ ਗੱਲ ਹੁੰਦੀ ਆ। ਪਰ ਇਸ ਵੇਲੇ ਤੁਹਾਡਾ ਜਿਹੜਾ ਮਸਲਾ ਆ ਇਹ ਆਪਾਂ ਇਹ ਦੇਖੀਏ ਕਿ ਜੋ ਕਾਨੂੰਨੀ ਕਾਰਵਾਈ ਆ ਉਹ ਤੁਹਾਨੂੰ ਕਰਨੀ ਪੈਣੀ ਆ। ਉਹਦੇ ਵਿੱਚ ਜੇ ਤੁਹਾਡੀ ਸੁਣਵਾਈ ਨਹੀਂ ਹੋਈ, ਜਿੰਨੀ ਹੋਈ ਆ ਉਹ ਬਹੁਤ ਵਧੀਆ ਹੋਈ ਆ। ਜੇ ਤੁਹਾਨੂੰ ਹੱਲੇ ਵੀ ਲੱਗ ਰਿਹਾ ਕਿ ਆਰਡਰਸ ਨੂੰ ਜਿਹੜਾ ਹੈਗਾ ਮੰਨਿਆ ਨਹੀਂ ਜਾ ਰਿਹਾ ਜਾਂ ਉੱਤੇ ਅੱਗੇ ਕੋਈ ਤੁਹਾਡਾ ਜਿਹੜਾ ਹੈਗਾ ਕਰ ਰਹੀ ਆ ਬਿਲਕੁਲ ਉਹ ਹਾਲੇ ਮਤਲਬ ਉਹਦੀ ਵਕੀਲ ਨੇ ਜਿਹੜੇ ਸੀ ਉਹਦੀ ਫਾਈਲ ਕੋਈ ਕਰਤੀ ਆ ਜੀ, ਉਹ ਲੀਗਲ ਐਡਵਾਈਸ ਕਿਸੇ ਮਿਲੂਗੀ, ਉਹਨੂੰ ਨਹੀਂ ਮਿਲੂਗੀ। ਪਰ ਜੇ ਤੁਹਾਨੂੰ ਪਰੇਸ਼ਾਨ ਕਰ ਤੁਸੀਂ ਆਪਣੇ ਲਈ ਤਾਂ ਸੇਫਟੀ ਕਰ ਸਕਦੇ ਹੋ, ਤੁਸੀਂ ਆਪਣੇ ਸਿਸਟਰ ਦੇ ਨਾਲ ਆਪਣੀ ਗੱਲਬਾਤ ਕਰੋ। ਪਰ ਮੇਰੇ ਵਕੀਲ ਵੀ ਜਿਹੜਾ ਉਹ ਵੀ ਤੁਸੀਂ ਕਹਿੰਦੇ ਵਕੀਲ ਦੀ ਰਾਏ ਲਵੋ, ਵਕੀਲ ਵੀ ਝੂਠਾ ਆ, ਵਕੀਲ ਵੀ ਗਲਤ ਵਾ। ਵਕੀਲ ਨੇ ਸਜ਼ਾ ਪਾਉਣੀ ਆ, ਰੱਬ ਨੇ ਉਹਨੂੰ ਸਜ਼ਾ ਦੇਣੀ ਆ। ਦੇਖੋ ਕੋਈ ਵੀ ਡਾਕਟਰੀ ਸਲਾਹ ਲਵੋ, ਜੇ ਡਾਕਟਰ ਦਵਾਈ ਤੈਨੂੰ ਗਲਤ ਦੇ ਦੇ ਡਾਕਟਰ ਮਰੀਜ਼ ਮਾਰੂਗਾ ਕਿ ਨਹੀਂ ਮਾਰੂਗਾ। ਦੇਖੋ ਇਸ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਤੁਸੀਂ ਤਾਂ ਕਹਿੰਦੇ ਆ ਬਿਲਕੁਲ ਸਹਿਮਤ ਕੋਈ ਆਪੋ ਵਕੀਲ ਜੇ ਖਾ ਕੇ ਪੈਸੇ ਵੀ ਰਾਮਪਣ ਕਰੇ ਤੇ ਉਹ ਵਕੀਲ ਜੇ ਭਾਜੀ ਮੈਂ ਇਹ ਕਹੂੰਗਾ ਕਿ ਵਕੀਲ ਕੋਲ ਨਾ ਜਾਓ ਤਾਂ ਵਕੀਲਾਂ ਨੇ ਸਾਡੇ ਤੇ ਕੇਸ ਠੋਕ ਦੇਣਾ ਜੀ, ਇਹ ਸਾਡੇ ਵਿਰੁੱਧ ਬੋਲਦੇ ਆ, ਠੀਕ ਹੈ ਕਿ ਨਹੀਂ? ਕਿਉਂਕਿ ਜਿਹੜੀ ਗੱਲ ਕਾਨੂੰਨ ਦੀ ਆ ਉਹਦੇ ਮੇਰੀ ਗੱਲ ਉਲਟਾ ਡਰਾਵਾ ਦਿੰਦਾ, ਨਾਲੇ ਪੈਸੇ ਖਾਈ ਜਾਂਦਾ, ਨਾਲੇ ਉਲਟਾ ਡਰਾਵੇ ਦਿੰਦਾ। ਦੇਖੋ ਇਹ ਜਿਹੜੀ ਚੀਜ਼ਾਂ ਨੇ, ਦੇਖੋ ਹਰ ਇੱਕ ਚੀਜ਼ ਨਾਲੇ ਤੁਸੀਂ ਕਹਿੰਦੇ ਇੰਗਲੈਂਡ 'ਚ ਬੈਠੇ ਧੋਖੇਬਾਜ਼ੀ, ਇੱਕ ਗੰਦੀ ਔਰਤ ਨੂੰ ਗੰਦੀ ਔਰਤ ਦਾ ਇੰਨਾ ਮਦਦ ਕਰ ਰਿਹਾ, ਗੰਦੀ ਔਰਤ ਦਾ ਜਿਹੜੀ ਬਗਾਨੇ ਆਦਮੀ ਨਿਕਲ ਗਈ ਜਾਤ ਨਹੀਂ ਦੇਖੀ ਔਰ ਲੀਗਲ ਆਦਮੀ ਨਾ ਉੱਥੇ ਜਾ ਬੈਠੀ ਆ, ਇਹ ਵੀ ਸਮਝਣਾ ਜੀ ਜੀ ਫਿਰਦੀ। ਹੁਣ ਦੇਖੋ ਮਾਂ ਉਹਦੀ ਨੇ ਅਸ਼ੀਰਵਾਦ ਦਿੱਤੀ ਤੇ ਕਹਿੰਦੀ ਕੋਠੀਆਂ ਕੀ ਕਰ ਰਹੀਆਂ, ਕੋਠੇ ਦੇ ਭੇਜਤੀ ਭੈਣ ਨੇ ਤੇ ਮਾਂ ਨੇ। ਦੇਖੋ ਉਹਦੀ ਆਪਾਂ ਇਹ ਕਹਿ ਸਕਦੇ ਉਹਦੀ ਲਿਆਕਤ ਹੋਣੀ ਚਾਹੀਦੀ ਆ। ਅਨਪੜ੍ਹਤਾ ਔਰ ਅਗਿਆਨਤਾ ਦੋ ਵੱਖਰੀਆਂ ਚੀਜ਼ਾਂ ਆ। ਸ਼ਾਇਦ ਭਾਜੀ ਆਸ਼ਕੋ ਪੈਸੇ ਲੈਣ ਗਈ ਆ, ਪੈਸੇ ਇਕੱਠੇ ਕਰਨ ਆਈ ਇੰਗਲੈਂਡ ਚੋਂ ਤੇ ਲੋਕਾਂ ਦੇ ਇਕੱਲੇ ਆਦਮੀ ਕਰੀ ਜਾਵਾਂ, ਵਿਆਹ ਕਰਾਈ ਜਾਵਾਂ ਤੇ ਪੈਸੇ ਕੱਢ ਕੇ ਮਾਂ ਪਿਓ ਨੂੰ ਭੇਜਾਂ, ਏਦਾਂ ਵੀ ਗੱਲਾਂ ਮੰਨਦੀਆਂ ਹੁੰਦੀਆਂ। ਏਦਾਂ ਨਹੀਂ ਪਾਉਂਦੀਆਂ। ਵੈਸੇ ਇਹ ਸਮਾਜ ਦੇ ਵਿੱਚ ਇੱਕ ਬਦਫੈਲੀ ਫੈਲਾਉਣ ਵਾਲੀ ਗੱਲ ਆ। ਇਹਦੇ ਵਿੱਚ ਤਾਂ ਆਪਾਂ ਇਹੀ ਕਵਾਂਗੇ ਕਿ ਜੇ ਇਹੋ ਜਿਹੀ ਕੋਈ ਵੀ ਚੀਜ਼ ਹੈਗੀ ਉਹ ਗਲਤ ਆ। ਇੱਕ ਪਰਿਵਾਰ ਦੇ ਵਿੱਚ ਆਪਾਂ ਬੈਠੇ ਆ, ਉਹਦੇ ਵਿੱਚ ਬੈਠਣਾ ਚਾਹੀਦਾ। ਨਿਕਲ ਗਏ ਸੀ, ਇੱਕ ਹੋਰ ਜਵਾਨ ਨਾਲ ਨਿਕਲ ਗਈ ਆ, ਉਹ ਚਾਚਾ ਹੀ ਦੱਸ ਰਿਹਾ ਮੈਨੂੰ। ਜੀ 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 ਚਲੋ ਆਪਾਂ ਦੇਖੋ ਆਪਾਂ ਇੱਕ ਚੀਜ਼ ਤੁਸੀਂ ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ। ਆਪਾਂ ਕਿਸੇ ਵੀ ਬੰਦੇ ਦੇ ਉੱਤੇ ਉਂਗਲ ਨਹੀਂ ਚੱਕਣੀ, ਖਾਸ ਕਰਕੇ ਆਪਾਂ ਕਿਸੇ ਦੀ ਜਾਤੀ ਦਾ ਨਾਂ ਲੈ ਕੇ ਜਾਂ ਆਪਾਂ ਉਹ ਨਹੀਂ ਕਰਨਾ ਹੈਗਾ। ਉਹ ਆਪਣੇ ਕਰਨ ਦਾ, ਕਿਉਂਕਿ ਆਪਾਂ ਤੁਹਾਨੂੰ ਇੱਥੇ ਸਾਰੇ ਸੁਣ ਰਹੇ ਆ, ਮੈਨੂੰ ਵੀ ਸਾਰੇ ਸੁਣ ਰਹੇ। ਆਪਾਂ ਕਿਸੇ ਦੇਖੋ ਮੇਰਾ ਇਹ ਮੰਨਣਾ ਆ
ਕਿ ਜੇ ਅਸੀਂ ਇਹ ਗੱਲ ਮੰਨਦੇ ਆ, ਅਸੀਂ ਗੁਰਦੁਆਰਾ ਸਾਹਿਬ ਜਾਂਦੇ, ਮੰਦਿਰ ਜਾਂਦੇ, ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ, ਠੀਕ ਹੈ ਕਿ ਨਹੀਂ। ਅਸੀਂ ਇਹ ਕਹਿੰਦੇ ਵੀ ਸਾਰਿਆਂ ਦਾ ਸਿਰਜਣਹਾਰ ਉਹ ਪਰਮਾਤਮਾ ਆ। ਆਪਾਂ ਮਸਜਿਦ 'ਚ ਵੀ ਜਾਂਦੇ ਆ ਤੇ ਆਪਾਂ ਕਹਿੰਦੇ ਆ ਵੀ ਪਰਮਾਤਮਾ ਅੱਲਾਹ ਹੀ ਸਾਰਿਆਂ ਦਾ ਜਿਹੜਾ ਹੈਗਾ ਆ, ਉਸ ਤੋਂ ਇਲਾਵਾ ਕੋਈ ਨਹੀਂ ਹੈਗਾ। ਤੁਸੀਂ ਰੱਬ ਨੂੰ ਮੰਨਦੇ ਹੋ, ਠੀਕ ਹੈ ਨਾ। ਇਹ ਕਿਹੜੀ ਬਾਤ ਹੋਊਗੀ? ਲੈ ਤੁਸੀਂ ਦੱਸਦੇ ਇਹੀ ਦੱਸਦੇ ਹੋ, ਦੱਸੋ ਦੇ ਲੋਕੀ ਇਹ ਦੱਸਦੇ ਇਤਨੀ ਗੰਦੀ ਔਰਤ ਬਾਤ ਹੋਊਗੀ, ਇਹ ਦੱਸੋ ਤੇ ਬਾਤ ਹੋਊਗੀ। ਦੇਖੋ ਮੇਰੀ ਸੁਣੋ ਗੱਲ, ਜਿਹੜੀ ਗੱਲ ਬਸਣ ਦੀ ਆ, ਜੇ ਉਹਦਾ ਨਜ਼ਰੀਆ ਹੀ ਬਸਣ ਦਾ ਨਹੀਂ ਹੈਗਾ ਤੇ ਫਿਰ ਉਹ ਬਚੂਗੀ ਕਿੱਦਾਂ? ਬਸ ਨਹੀਂ ਬਣੀ ਜੀ, 3-4 ਸਾਲ ਦਾ ਨਿਆਇ ਜਮਾ ਲਿਆ, ਪੱਕੀ ਹੋਣ ਲਈ ਜੀ ਜੀ ਉਹਨੂੰ ਰੰਡੀ ਜਵਾਨੀ ਕਿਹੜੀ ਹੋ ਸਕਦੀ ਦੱਸੋ ਮੈਨੂੰ। ਦੇਖੋ ਇਹ ਮੈਂ ਇਹ ਕਹਿ ਸਕਦਾ ਆ ਕਿ ਕਈ ਵਾਰੀ ਆਪਾਂ ਕਹਿੰਦੇ ਹੁੰਦੇ ਆ ਕਿ ਅੱਗ ਤੇ ਪਾਣੀ ਇਕੱਠੇ ਨਹੀਂ ਰਹਿੰਦੇ, ਜੇ ਇਕੱਠੇ ਰਹਿਣ ਤਾਂ ਫਿਰ ਨਾ ਅੱਗ ਬੁਝਦੀ ਆ ਤੇ ਨਾ ਪਾਣੀ ਪਿੱਛੇ ਹਟਦਾ ਤੇ ਧੂੰਆਂ ਨਿਕਲਦਾ ਆ। ਕਈ ਵਾਰੀ ਇਹ ਕੰਮ ਲਈ ਪੱਕੀ ਹੋਣ ਲਈ ਕਈ ਵਾਰੀ ਏਦਾਂ ਹੁੰਦਾ ਆ ਕਿ ਕੁਝ ਗਲਤੀਆਂ ਸਾਡੇ ਕੋਲ ਵੀ ਹੁੰਦੀਆਂ। ਤੁਸੀਂ ਆਪਣੀ ਜਗ੍ਹਾ ਤੇ ਇਮਾਨਦਾਰ ਹੋ, ਸਾਰਾ ਕੁਝ ਹੈ, ਤੁਸੀਂ ਇੱਕ ਸਹੀ ਤਰੀਕੇ ਨਾਲ ਅੱਗੇ ਚੱਲਿਓ, ਪਰ ਤੁਹਾਡੀ ਆਪਣੀ ਡੈਸਟਨੀ ਵਿੱਚ ਵੀ ਕੁਛ ਨਾ ਕੁਛ ਇਦਾਂ ਦਾ ਹੋਏਗਾ ਕਿ ਜਿਹੜਾ ਜੀਵਨ ਸਾਥੀ ਤੁਹਾਨੂੰ ਮਿਲਣਾ ਆ ਉਹਦਾ ਹਿਸਾਬ ਕਿਤਾਬ ਵੀ ਤੁਹਾਡੇ ਨਾਲ ਇੰਨਾ ਹੋਊਗਾ। ਆਪਾਂ ਇਸ ਗੱਲ ਨੂੰ ਮੰਨ ਕੇ ਚੱਲੀਏ ਨਾਲ ਦੀ ਨਾਲ, ਠੀਕ ਹੈ ਨਾ। ਆਪਾਂ ਆਪਣੇ ਇੱਕ ਚੀਜ਼ ਦਾ ਖਿਆਲ ਰੱਖੋ, ਮੇਰੀ ਗੱਲ ਸੁਣੋ। ਸੱਚ ਗੱਲ ਇਹ ਆ ਕਿ ਅਗਲੇ ਵੱਲ ਉਂਗਲ ਇੱਕ ਹੁੰਦੀ, ਆਪਣੇ ਵੱਲ 3 ਹੋ ਜਾਂਦੀਆਂ। ਕਮੀਆਂ ਸਾਡੇ ਵਿੱਚ ਵੀ ਜ਼ਰੂਰ ਹੋਈਆਂ ਹੋਣਗੀਆਂ, ਪਰ ਇਹ ਆ ਕਿ ਉਹਦੇ ਵਿੱਚ ਬਹੁਤੀਆਂ ਉਹਨੇ ਜ਼ਿਆਦਾ ਕਰ ਦਿੱਤੀਆਂ, ਇਸ ਕਰਕੇ ਉਹ ਨਜ਼ਰ ਆਉਂਦੀਆਂ ਆ। ਸੋ ਆਪਾਂ ਇਹ ਵਿਵਾਦ 'ਚ ਨਾ ਪੈਂਦੇ ਹੋਏ ਹੁਣ ਇਸ ਵੇਲੇ ਤੁਹਾਡਾ ਜਿਹੜਾ ਮੈਂ ਤਾਂ ਕਿਤੇ ਆ ਜਾਓ, ਸਾਡੇ ਕੋਲ ਪੇਪਰ ਖੜੂ, ਮੈਂ ਦੇਖੋ ਮੈਂ ਤਾਂ ਪ੍ਰੂਫਾਂ ਨਾਲ ਸਬੂਤ ਦੇਣਾ, ਮੈਂ ਇਦਾਂ ਨਹੀਂ ਬੋਲਦਾ ਜੀ, ਪ੍ਰੂਫਾਂ ਨਾਲ ਸਬੂਤ ਦੇਣਾ, ਪ੍ਰੂਫਾਂ ਨਾਲ ਜੀ, ਪ੍ਰੂਫ ਮੇਰੇ ਕੋਲ ਸਾਰੇ ਜੀ ਜੀ ਆਸ਼ਿਕ ਦੀਆਂ ਫੋਟੋ ਸਭ ਕੁਝ ਫੜਿਆ ਜੀ, ਸਾਰਾ ਕੁਝ ਵਾ ਜੀ ਜੀ ਜੀ। ਇਹ ਮੂੰਹ ਤੇ ਨਹੀਂ ਕਹਿੰਦੇ, ਝੂਠ ਕਹਿੰਦਾ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਗਊ ਸਮਝਦਾ ਹੀ ਗਊ ਆ। ਸੀਤਾ ਕਹਿੰਦੇ ਸੀਤਾ, ਪਰ ਸੀਤਾ ਨਿਕਲੀ ਉਹ ਤਾਂ ਚੰਡਾਲ ਨਿਕਲੀ, ਤਦਈ ਨਾ ਉੱਤੇ ਨਿਕਲੀ। ਜੀ 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 ਜੀ। ਦੇਖੋ ਗਲਤ ਕਹਿੰਦਾ ਹੁੰਦਾ, ਅੱਛਾਈ ਤੇ ਬੁਰਾਈ, ਸੱਚ ਤੇ ਝੂਠ, ਠੀਕ ਹੈ ਕਿ ਨਹੀਂ, ਇਹ ਬਰਾਬਰ ਚੱਲਦੇ ਆ। ਅੱਜ ਬੋਲਿਆ ਇੱਕ ਦੇਖੋ, ਇੱਕ ਔਰਤ ਆ ਉਹ ਛੜ ਕੇ ਨਿਕਲ ਜਾਂਦੀ ਆ ਜੀ, ਉਹ ਪੁਲਿਸ ਵਾਲੇ ਘਰ ਭੇਜਦੇ ਆ, ਉਹ ਦੂਏ ਉਹਨਾਂ ਗੰਦੀ ਔਰਤ ਕਿਹੜੀ ਹੋਈ ਦੱਸੋ, ਪੁਲਿਸ ਵਾਲੇ ਕਿਹੜਾ ਮੰਨਿਆ ਦੱਸੋ। ਜੀ 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 ਕੀ ਮੰਨਣਾ, ਪੁਲਿਸ ਵਾਲੇ ਕਿਹੜਾ ਮੰਨਿਆ? ਐਸ ਲਾਇਆ ਕਾਉਂਟਰੀ ਕਿ ਪੁਲਿਸ ਨੂੰ ਬੁਲਾਓ, ਘਰ ਚ ਪੁਲਿਸ ਨੂੰ ਸੱਦੋ ਜੀ, ਜੇ ਕੋਈ ਹੈਪਰ ਹੁੰਦਾ। ਇਹ ਕੀ ਰਾਤ ਨੂੰ ਸੌਂ ਕੇ ਫੇਰ ਨਿਕਲ ਜਾਣਾ, ਆਹ ਵੀ ਕੰਮ ਤੇ ਗਿਆ ਹੋਵੇ 200-400 ਮੀਲ ਤੇ, ਆਸ਼ਕ ਨੂੰ ਘਰ ਬੁਲਾਉਣਾ, ਇਹ ਕਿੱਥੇ ਲਿਖਿਆ ਆ ਦੱਸੋ ਇਹਨੂੰ। ਜੀ 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 ਜੀ। ਦੇਖੋ ਇਹ ਆਪਾਂ ਇਸ ਗੱਲ ਦੇ ਕਾਨੂੰਨ ਦੇ ਜਾਣੇ ਆ, ਸੱਚ ਸੱਚੇ ਹੈ ਨਾ, ਸੱਚ ਨਿਕਲਿਆ ਨਹੀਂ ਜੀ। ਇੱਕ ਇਨਸਾਨ ਹੋਣ ਦੇ ਨਾਤੇ ਮੈਂ ਇਸ ਗੱਲ ਤੇ ਅਫਸੋਸ ਜ਼ਾਹਿਰ ਕਰੂੰਗਾ, ਜੋ ਤੁਸੀਂ ਦੱਸ ਰਹੇ ਹੋ ਉਹ ਸਹੀ ਨਹੀਂ ਹੈਗਾ। ਪਰ ਆਪਾਂ ਨੂੰ, ਸਮਾਜ ਨੂੰ, ਆਪਣੀਆਂ ਮਰਿਆਦਾਵਾਂ ਨੂੰ, ਇਹ ਇਕੱਲੇ ਤੁਹਾਡੀ ਗੱਲ ਨਹੀਂ, ਹੋਰ ਥਾਂ ਵੀ ਇਹਨਾਂ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ, ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬੜਾ ਜਿਹੜਾ ਵਿਚਾਰ ਬੈਠ ਕੇ ਕਰਨਾ ਚਾਹੀਦਾ ਆ। ਮੈਨੂੰ ਥੋੜੇ ਦਿਨ ਪਹਿਲਾਂ ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਕੋਈ ਗੱਲ, ਹੁਣ ਮੈਂ ਇੱਥੇ ਸ਼ੇਅਰ ਨਹੀਂ ਕਰਨਾ ਚਾਹੁੰਦਾ, ਠੀਕ ਹੈ ਕਿ ਨਹੀਂ, ਕਿਉਂਕਿ ਆਪਾਂ ਦੇਖ ਕੇ ਢੂੰਡ ਕੇ ਇੱਕ ਕਰ ਲਿਆ, ਦੂਆ ਕਰ ਲਿਆ, ਜੀ ਕਿੰਨੇ ਕਰਨੇ ਆ ਉਹਦੇ ਚ ਨਿਆਣੇ ਜਵਾਊਗਾ ਆਪੇ ਉੱਥੇ ਛੱਡ ਜਾਓ। ਜੀ 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 ਬਿਲਕੁਲ ਠੀਕ ਹੈ, ਪੱਕੀ ਮੈਂ ਡਾਲ ਲੋਕਾਂ ਦੇ ਸੁਣਦੇ ਚੰਗੀ ਗੱਲ ਵਾ ਜੀ। ਹੁਣ ਲੋਕਾਂ ਦੀ ਯਾਦ ਅਸੀਂ ਜਾਵੇ, ਇਹ ਏਦਾਂ ਦੀਆਂ ਔਰਤਾਂ ਵੀ ਹੋਈਆਂ, ਏਦਾਂ ਦੀ ਹੈਗੀਆਂ, ਨਾ ਮੈਂ ਸ਼ਰਾਬ ਨਾ ਮੀਟ ਨਾ ਅੰਡਾ ਕੁਝ ਨਹੀਂ ਖਾਂਦਾ, ਬਿਲਕੁਲ ਬਹਾਨਾ ਪਾਉਣਾ ਸੀ। ਦੇਖੋ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਉਹ ਹੱਥ ਕੁਛ ਆਇਆ ਹੀ ਨਹੀਂ ਉਹਨਾਂ ਦੇ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਿਤੇ ਔਰਤਾਂ ਏਦਾਂ ਕਰ ਰਹੀਆਂ ਤੇ ਕਿਤੇ ਬੰਦੇ ਵੀ ਇਹੋ ਜਿਹਾ ਕਰਦੇ ਆ। ਕੱਲੀਆਂ ਔਰਤਾਂ ਨੂੰ ਹੀ ਆਪਾਂ ਨਹੀਂ ਕਹਦੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਮਹਾਰਾਜ ਨੇ ਤਾਂ ਹੋਕਾ ਦਿੱਤਾ ਸੀਗਾ ਵੀ ਜਿਹੜੀ ਇਸ ਸ੍ਰਿਸ਼ਟੀ ਨੂੰ ਜਨਮ ਦੇਣ ਵਾਲੀ ਆ ਉਹਨੂੰ ਮਾੜਾ ਨਾ ਆਖੋ, ਕਿਉਂਕਿ ਉਹਨੇ ਬੜੇ ਬੜੇ ਦੇਵਤੇ, ਬੜੇ ਬੜੇ ਭਗਤ, ਬੜੇ ਬੜੇ ਸੂਰਮੇ ਪੈਦਾ ਕੀਤੇ ਆ। ਜੇ ਉਹਦੇ ਵਿੱਚ ਕਮੀ ਆਈ ਆ, ਦੇਖੋ 8 ਭੈਣਾਂ ਜੀ, ਹੁਣ ਜਿਹੜੀ ਨਿਕਲੀ ਕਹਾ ਕਿ ਉਹਨੂੰ ਸੀਤਾ ਕਹਾ ਨਹੀਂ, ਉਹ ਮੇਰੀ ਗੱਲ, ਉਹ ਤੁਹਾਡੀ ਗੱਲ ਨਾਲ ਸਹਿਮਤ ਆ। ਪਰ ਕੋਈ ਵੀ ਬੱਚਾ ਮਾਂ ਦੇ ਢਿੱਡ ਦੇ ਵਿੱਚੋਂ ਜਿਹੜਾ ਇਸ ਤਰੀਕੇ ਨਾਲ ਪੈਦਾ ਨਹੀਂ ਹੁੰਦਾ, ਉਹਨੂੰ ਆਪਾਂ ਬਣਾਉਂਦੇ ਆ। ਬੱਚਾ ਮਾਂ-ਬਾਪ ਨੂੰ ਘਰ 'ਚ ਦੇਖਦਾ ਆ, ਆਪਣੇ ਆਲੇ ਦੁਆਲੇ ਸਮਾਜ ਨੂੰ ਦੇਖਦਾ ਆ, ਤੇ ਉਹਦੇ ਅੰਦਰ ਫਿਰ ਉਹਦੀਆਂ ਚੀਜ਼ਾਂ ਜਿਹੜੀਆਂ ਵੱਧਦੀਆਂ ਫੈਲਦੀਆਂ ਆ। ਜੇ ਮਾਂ-ਬਾਪ ਹੀ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ, ਜੇ ਆਪਾਂ ਬੱਚਿਆਂ ਨੂੰ ਅੱਛੀ ਪਰਵਰਿਸ਼ ਨਹੀਂ ਦਿੰਦੇ, ਤਾਂ ਸਾਨੂੰ ਹੱਕ ਹੀ ਨਹੀਂ ਹੈਗਾ ਬੱਚੇ ਪੈਦਾ ਕਰਨ ਦਾ, ਠੀਕ ਨਹੀਂ। ਇਸ ਗੱਲ ਨੂੰ, ਇਹਦੇ ਵਿੱਚ ਕਿਤੇ ਨਾ ਕਿਤੇ ਉਸ ਬੱਚੇ ਦੀ ਫੈਮਿਲੀ ਵੀ ਜ਼ਿੰਮੇਵਾਰ ਰਹੀ ਹੋਊਗੀ ਜ਼ਰੂਰ। ਪਰ ਆਪਣਾ ਇਹ ਆ ਕਿ ਆਪਾਂ ਸਾਰੇ, ਮੈਂ ਤੁਹਾਨੂੰ ਗੱਲ ਦੱਸ ਰਿਹਾ, ਕਿਸੇ ਨੇ ਮੈਨੂੰ ਸਵਾਲ ਕੀਤਾ ਸੀਗਾ, ਮੈਂ ਹੁਣ ਇੱਥੇ ਨਾਂ ਨਹੀਂ ਲਊਂਗਾ, ਜਾਂ ਉਸ ਗੱਲ ਬਾਰੇ, ਬੱਚਿਆਂ ਬਾਰੇ ਸਵਾਲ ਕੀਤਾ ਸੀਗਾ ਕਿ ਸਾਡੇ ਬੱਚੇ ਜਿਹੜੇ ਆ ਸਾਡੇ ਤੋਂ ਦੂਰ ਜਾ ਰਹੇ ਆ, ਤੇ ਮੈਂ ਉਹਨਾਂ ਨੂੰ ਬੜਾ ਇੱਕ ਪਿਆਰ ਦੇ ਨਾਲ ਸੰਭਾਲਿਆ ਸੀਗਾ कि ठीक है, तुम होल्ड करो, मैं तो ब्रेक की गल करदा, समा और एक छोटी ब्रेक का। प्रिय दर्शकों, मिलूंगा ब्रेक बैक का। ब्रेक के बाद प्रोग्राम जन्म कुंडली में मेरा और आपका साथ पूरे 9:30 बजे तक। अगर इस प्रोग्राम में भाग लेना चाहते हैं, मेरे साथ बात करना चाहते हैं, जन्म कुंडली से जुड़ा हुआ आपका भी कोई सवाल है,
तो निश्चित ही कोशिश करूंगा कि जन्म कुंडली के माध्यम से ही आपको जवाब दूं, कोई भी इस तरह की बात ना करूं। लेकिन कई बार कुछ मुद्दे ऐसे हो जाते हैं, क्योंकि ये दर्शक जो हैं हमारे, ये पिछले 1.5 बरस से हमारे साथ जो ही कंटिन्यू इनकी वार्तालाप होती हैं और काफ़ी परेशानी के दौर से गुजरे हैं। लेकिन समय समय पे जिस तरह इनको आगाह किया गया, गाइडलाइन दी गई, उनसे इनकी मदद जो बन पड़ी वो हमने करने की कोशिश, उनसे इनको लाभ हुआ। अब ये लाभ क्या हुआ, कैसे हुआ, लोग कहते हैं, कई बार बहुत बार लोग मुझे कहते हैं कि आप लॉटरी का नंबर दे दें, अक्सर कर कहते हैं। जहाँ ये कहें कि अगर मुझे 10 लोग मिलने आए तो उनमें से 9 लोग लॉटरी का नंबर मेरे से मांगते हैं, तो मैं हंस देता हूं। मैं वो कहता हूं कि एक तो ये भाग्य की बात है और दूसरा है आपका परिश्रम, अपनी जैसे पैसे कितने खर्चते हैं। मैं अगर लॉटरी के नंबर जिस दिन जान लूंगा, सही मायनों में अगर मेरे भाग्य में होगा और लॉटरी के नंबर मैं खुद जाके डालूंगा, मैं आपको नहीं बताऊंगा। लेकिन फिर भी आपके लिए जो शुभ अंक हो सकते हैं हम आपको वो देते हैं। लेकिन हमारा कभी भी मकसद नहीं होता है कि हम आपको नंबर बेचें, क्योंकि ये आपकी जिज्ञासा है। हर आदमी बैठा बैठा चाहता है कि मेरे पास मिलियंस इकट्ठे हो जाएं। ऐसा नहीं है। अगर आप अपने, परमात्मा ने आपको इन मिलियंस के ऊपर भी बहुत कुछ दिया है। ये जीवन आपका इन मिलियन से कहीं कीमती है। अगर आप इसको अच्छा, इसकी देखरेख करें, अच्छा समाज बनाने की कोशिश करें, अच्छा परिवार बनाने की कोशिश करें, तो आप इन मिलियन से कहीं ज्यादा सुखी जीवन जो है, विदाउट मिलियंस आप जो है वो अच्छी तरह से लिव कर सकते हैं। उनका आपको पूरा लाभ मिलेगा और लाखों लोग आपके लिए आपके लिए हाथ फैलाए खड़े रहेंगे और आपकी हर तरह से मदद करने में वो सहायक सिद्ध होंगे। तो ये अक्सर कर ऐसा होता है। कई बार लोग हमारे साथ ऐसे मिलते हैं जिनकी वजह से, जब बहुत सारे लोग एस्ट्रोलॉजी कह लें या कई अदर फील्ड जो है ऐसी जुड़ी हुई जिनमें हम इस तरह की जानकारी, वो लोग आपको इस तरह के नंबर दे के या ऐसी बातें करके बहलाते हैं और बहुत सारी बातें करते हैं और आपसे पैसे भी लेते हैं और आप इस सिलसिले में दे जाते हैं। क्योंकि ये जो लालच है, ये हमारे अंदर जब पैदा होता है तो शत्रुता हमारे अंदर से ही हम अपने लिए ही पैदा करते हैं और फिर हम उन्हें ही बुरा कहते हैं। सच में वास्तव में हम अपने शत्रु खुद पहले आप बनते हैं, तभी कोई दूसरा उसके ऊपर हमला करता है। क्योंकि हम शत्रुता की वजह से, अपने मन से, अपने आप से हमने शत्रुता की और उसमें हम खुद ही कमजोर हुए और हमने दूसरों को बल दिया उसके ऊपर आक्रमण करने का, उसके ऊपर जीत हासिल करने का। तो मैं ये हमेशा चाहता हूं, मेरी ये हमेशा मानना है कि इस सब्जेक्ट का आप सदुपयोग करें, इसकी गहराई को जानें, इसको सीखने की कोशिश करें ताकि आप इसका एक अच्छा मूल्यांकन कर सकें, लाभ ले सकें। हमारे साथ जुड़े हैं अगले कॉलर, उनसे बात करेंगे। हेलो जी। हेलो जी नमस्कार। हेलो नमस्कार जी मैं ਤੁਹਾਡੇ ਕੋਲ ਕੁਐਸਚਨ ਪੁੱਛੀ। ਮੇਰੀ ਬੇਟੀ ਆ जी, ਉਹ ਹੈਗੀ ਆ 2 ਮਾਰਚ 85। 2 ਮਾਰਚ 85, ਠੀਕ ਹੈ ਜੀ। ਹਾਂਜੀ ਤੁਹਾਡੀ ਸ਼ਾਦੀ ਬਾਰੇ ਪੁੱਛਣਾ ਚਾਹੁੰਦੀ। ਉਹਦਾ time ਵੀ please ਦਿਓ ਬੇਟੀ ਦਾ। ਜੋ ਹੋਣਾ ਹੈ ਨਾ, हाँ जी, टाइम भी दियो प्लीज। टाइम मॉर्निंग टाइम 8:40 8:40 ਸਵੇਰ ਦੇ। ਹਾਂਜੀ। ਔਰ ਨਾਂ ਦਾ ਪਹਿਲਾ ਅੱਖਰ ਪਲੀਜ਼ ਦੇ ਦਿਓ। एन N for November, पढ़ N for November, 2 मार्च एन फॉर नवंबर। ओके। और प्लेस ऑफ बर्थ ਕਿਹੜੀ ਜਗ੍ਹਾ ਹੋਇਆ ਨਾ, ਜਨਮ ਕਿਹੜੀ ਜਗ੍ਹਾ ਹੋਇਆ? डाबी ਡਾਬੀ। ਓਕੇ, ਡਾਬੀ ਦੇ ਵਿੱਚ। ਓਕੇ, ਦੈਟਸ ਫਾਈਨ। ਠੀਕ ਹੈ ਜੀ, ਤੁਸੀਂ ਬੇਟੀ ਦੀ ਸ਼ਾਦੀ ਬਾਰੇ ਗੱਲ ਕਰ ਰਹੇ ਹੋ। ਹਾਂਜੀ ਜਿਹੜਾ ਆਹ ਸਮਾਂ ਚੱਲ ਰਿਹਾ ਇਸ ਵੇਲੇ, ਕਿਉਂਕਿ ਮਾਰਚ ਦਾ ਮਹੀਨਾ ਹਲੇ ਗੁਜ਼ਰਿਆ ਹੀ ਆ ਤੇ 1 ਮਹੀਨਾ ਲਗਾਤਾਰ ਆਪਾਂ ਨੂੰ ਹੋ ਗਿਆ ਆ, ਲਗਭਗ 1.5 ਮਹੀਨਾ ਹੋ ਗਿਆ। ਇਹਦੇ ਸਿਤਾਰਿਆਂ ਦੇ ਵਿੱਚ ਮੈਰਿਜ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਆ ਉਹ ਅੱਗੇ ਵੱਧ ਰਹੀਆਂ ਆ। ਤੁਸੀਂ ਹੁਣ ਥੋੜਾ ਜਿਹਾ ਕੋਸ਼ਿਸ਼ ਹੋਰ ਜ਼ਿਆਦਾ ਕਰੋ ਔਰ ਅਗਰ ਇਹਦੇ ਨਾਨਕਾ ਪਰਿਵਾਰ ਇਸ ਵੇਲੇ ਇਹਦੇ ਲਈ ਇਸ ਮਾਮਲੇ ਵਿੱਚ ਸਹਾਇਕ ਸਿੱਧ ਹੋਵੇ ਤਾਂ ਇਸ ਬੱਚੀ ਦਾ ਜਿਹੜਾ ਸ਼ਾਦੀ ਦਾ ਯੋਗ ਹੈ ਉਹ ਆਪਣੇ ਆਪ ਦੇ ਵਿੱਚ ਚੱਲਿਆ ਹੋਇਆ ਔਰ ਆਉਣ ਵਾਲੇ 5-7 ਮਹੀਨੇ ਵਿੱਚ ਉਹਦਾ ਪੂਰਾ ਪ੍ਰਭਾਵ ਹੈਗਾ ਆ। ਮੈਂ ਨਹੀਂ ਕਹਿੰਦਾ ਵੀ 10 ਸਾਲ ਲੱਗਣਗੇ ਜਾਂ 1.5 ਸਾਲ ਬਾਅਦ ਹੋਏਗਾ। 5-7 ਮਹੀਨੇ ਕਾਫੀ ਪ੍ਰੋਮਿਨੈਂਟ ਹੈਗੇ ਆ ਜਿਹੜੇ ਇਸ ਵੇਲੇ ਤੁਹਾਨੂੰ ਤੁਹਾਡੇ ਇਸ ਸਵਾਲ ਦਾ ਜਿਹੜਾ ਜਵਾਬ ਉਹ ਤੁਹਾਡੇ ਮੂਹਰੇ ਲਿਆ ਕੇ ਖੜਾ ਕਰ ਸਕਦੇ ਆ। ਔਰ ਤੁਸੀਂ ਇਸ ਜਿਹੜੀ ਆਪਣੀ ਜ਼ਿੰਮੇਵਾਰੀ ਆ, ਜਿਹੜਾ ਇਹ ਪੁੰਨ ਤੁਸੀਂ ਜੱਗ ਕਮਾਉਣਾ ਚਾਹੁੰਦੇ ਹੋ, ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲ ਸਕਦੀ ਆ। 5-7 ਮਹੀਨੇ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਆਪਾਂ ਇੱਥੇ ਰਹਿੰਦੇ ਆ ਨਾ ਕੰਟਰੀਜ਼ ਦੇ ਵਿੱਚ, ਇਹ ਨਹੀਂ ਹੁੰਦਾ ਕਿ 5-7 ਮਹੀਨੇ ਵਿੱਚ ਸ਼ਾਦੀ ਹੋ ਜਾਵੇ, ਇੱਕ ਅੱਛਾ ਰਿਸ਼ਤਾ ਮਿਲ ਜਾਵੇ, ਕਰਦੇ ਆ ਗੱਲਬਾਤ ਕਰਦੇ, ਬੱਚੇ ਆਪਸ ਵਿੱਚ ਕਈ ਵਾਰੀ ਟਾਈਮ ਲੈ ਲੈਂਦੇ ਆ। ਸੋ ਇਹ 5-7 ਮਹੀਨਿਆਂ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਚੀਜ਼ਾਂ ਤੁਹਾਡੇ ਨਾਲ ਇਹਦੀ ਮੈਰਿਜ ਦੇ ਰਿਗਾਰਡਿੰਗ ਬੱਚੀ ਤੇ ਹੋਣਗੀਆਂ, ਉਹਨਾਂ ਦਾ ਤੁਸੀਂ ਪੂਰਾ ਲਾਭ ਲੈਣ ਦੀ ਕੋਸ਼ਿਸ਼ ਕਰੋ। ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਇਸ ਬੱਚੇ ਦੀ ਸ਼ਾਦੀ ਦੇ ਵਿੱਚ ਇਸ ਵੇਲੇ ਕੋਈ ਵੀ ਪੀ ਅੱਖਰ ਦਾ ਬੰਦਾ, ਜਿਹਦਾ ਨਾਂ ਪੀ ਤੋਂ, ਮੇਲ ਫੀਮੇਲ ਕੋਈ ਵੀ ਹੋਵੇ, ਉਹ ਅਗਰ ਇਨਵੋਲਵ ਹੁੰਦਾ ਹੈ ਤਾਂ ਉਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਮਾੜੇ ਹੋਣਗੇ। ਸੋ ਆਪਾਂ ਇਹ ਖਿਆਲ ਰੱਖਣਾ ਹੈ ਕਿ ਕੋਈ ਵੀ ਪਰਸਨ ਜਿਹੜਾ ਆ ਉਹ ਚਾਹੇ ਉਹ ਤੁਹਾਨੂੰ ਇੰਟਰੋਡਿਊਸ ਕਰਦਾ ਹੈ ਕਿਸੇ ਲੜਕੇ ਨੂੰ ਜਾਂ ਤੁਹਾਡਾ ਨੋਨ ਹੈਗਾ ਆ, ਕੋਈ ਦੋਸਤ ਹੈਗਾ, ਤੇ ਉਸ ਦਾ ਥੋੜਾ ਤੁਸੀਂ ਪਰਹੇਜ਼ ਰੱਖਣਾ। ਹਾਲਾਂਕਿ ਉਹਨੇ ਤੁਹਾਡੇ ਲਈ ਚੰਗਾ ਹੀ ਕਰਨਾ ਆ, ਕੋਈ ਬੁਰਾ ਨਹੀਂ ਕਰਦਾ ਹੁੰਦਾ, ਪਰ ਕਿਸਮਤ ਦੇ ਕਈ ਵਾਰੀ ਖੇਡ ਇਦਾਂ ਦੇ ਹੁੰਦੇ ਆ ਕਿ ਜਿਹੜੇ ਚੰਗਾ ਕਰਦੇ ਸਾਨੂੰ ਸਭ ਤੋਂ ਜ਼ਿਆਦਾ ਸ਼ਤਰੂ ਉਹੀ ਲੱਗਦੇ ਕਿ ਇਹਨਾਂ ਨੇ ਸਾਡੇ ਨਾਲ ਧੋਖਾ ਕਮਾਇਆ। ਸੋ ਇੱਥੇ ਤੁਸੀਂ ਪੀ ਅੱਖਰ ਤੋਂ ਬਚਣਾ ਆ।
ਇਹ ਤਾਂ ਉਹਦਾ ਚੰਗਾ ਹੋ ਜਾਊਗਾ ਉਦਾਂ ਜੇ ਉਹ ਕਿਤੇ ਵੀ ਹੋਇਆ। ਦੇਖੋ ਜਿਹੜੀ ਇਹਦੀ ਏਜ ਜਿੱਥੇ ਤੱਕ ਪਹੁੰਚ ਗਈ ਆ ਜਾਂ ਜਿਹੜੀਆਂ ਕਮੀਆਂ ਅੱਗੇ ਹੋ ਸਕਦੀਆਂ ਇਹ ਉਤੋਂ ਹੁਣ ਅੱਗੇ ਚਲੇ ਗਈ ਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਜੋ ਵੀ ਹੋਏਗਾ ਉਹ ਚੰਗਾ ਹੀ ਹੋਏਗਾ ਔਰ ਇਹੀ ਦੁਆ ਕਰਾਂਗੇ ਕਿ ਉਹ ਚੰਗਾ ਹੀ ਹੋਵੇ, ਮਾੜਾ ਨਹੀਂ ਤੱਕਾਂਗੇ ਤੁਹਾਡੇ ਵਾਸਤੇ, ਤੁਹਾਡੀ ਡੈਸਟਨੀ ਤੁਹਾਨੂੰ ਪੂਰਾ ਫਲ ਦੇਵੇ। ਪਰ ਇਸ ਦੌਰਾਨ ਮੈਂ ਇਹ ਵੀ ਕਹੂੰਗਾ ਕਿ ਇਸ ਬੱਚੇ ਨੂੰ ਕੋਸ਼ਿਸ਼ ਕਰੋ ਕਾਲੇ ਔਰ ਨੀਲੇ ਦੋ ਰੰਗ, ਮੈਨੂੰ ਪਤਾ ਜਦੋਂ ਮੈਂ ਇੱਥੇ ਕਹਿੰਦਾ ਕਾਲਾ ਨੀਲਾ ਲੋਕ ਸਾਰੇ ਕਹਿੰਦੇ ਯਾਰ ਇਹ ਹਰ ਬੰਦੇ ਨੂੰ ਇਹੀ ਕਹਿ ਦਿੰਦਾ ਆ, ਪਰ ਹਰ ਬੰਦੇ ਦੀ ਗੱਲ ਨਹੀਂ ਹੈਗੀ। ਕਈ ਵਾਰੀ ਕੁਝ ਚੀਜ਼ਾਂ ਇਦਾਂ ਜਿਹੜੀਆਂ ਕਈਆਂ ਨੂੰ ਅਸੀਂ ਚੰਗੇ ਵੀ ਕਹੀਦੇ ਆ, ਪਰ ਇਸ ਬੱਚੀ ਦੇ ਲਈ ਕਾਲਾ ਔਰ ਨੀਲਾ ਰੰਗ ਜਿਹੜਾ ਉਹ ਜ਼ਿਆਦਾ ਪ੍ਰਯੋਗ ਨਾ ਕਰੋ ਤੇ ਬਾਕੀ ਮਾਲਕ ਦੀ ਮਿਹਰ ਹੈ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ। ਉਹ ਤਾਂ ਬੱਚੇ ਤਾਂ ਪਾਉਂਦੇ ਹੀ ਉਹ ਕੀ ਕਰੀਏ ਬਸ ਕਿਉਂਕਿ ਇਹ ਕਲਰ ਹੀ ਆ ਇੱਥੇ ਹੁਣ ਆਪਾਂ ਇਹ ਯੂਜ਼ ਕਰਦੇ ਆ, ਮੈਂ ਵੀ ਹੁਣ ਪਾ ਕੇ ਬੈਠਾ ਕਾਲੇ ਰੰਗ ਪਾ ਕੇ ਬੈਠਾ ਕਹਿੰਦਾ ਆਪ ਪਾਇਆ ਤੇ ਸਾਨੂੰ ਨਾ ਕਰਦਾ ਆ ਤੇ ਪਰ ਕੋਸ਼ਿਸ਼ ਕਰੋ ਵੀ ਘੱਟ ਪਾ ਸਕਦਾ ਹੈ ਬੱਚਾ ਤਾਂ ਚੰਗੀ ਗੱਲ ਹੈ, ਉਹ ਘੱਟ ਪਾਵੇ ਤੇ ਇਹੀ ਚੀਜ਼ਾਂ ਨੂੰ ਕਰਨ ਦੀ ਲੋੜ ਹੈ। ਮੇਰੇ ਨੂੰ ਤਾਂ ਲੱਗਦਾ ਕਿ ਅਗਰ ਇਹਦੇ ਨਾਨਕੇ ਪਰਿਵਾਰ ਨੂੰ ਤੁਸੀਂ ਜ਼ਰੂਰ ਇਨਵੋਲਵ ਕਰੋ, ਉਹਨਾਂ ਦੀ ਸਲਾਹ ਮਸ਼ਵਰਾ ਕਰਕੇ ਅੱਗੇ ਵਧੋ ਤੇ ਤੁਹਾਨੂੰ ਕਾਮਯਾਬੀ ਮਿਲੇਗੀ। ਜੀ ਇਸ ਤੋਂ ਇਲਾਵਾ ਕੋਈ ਹੋਰ ਤੁਹਾਡਾ ਸਵਾਲ? ਓਕੇ ਸ਼ੁਕਰੀਆ ਜੀ। ਪਰ ਇੱਕ ਸਵਾਲ ਮੈਂ ਤੁਹਾਨੂੰ ਜਾਣਦੇ ਦੱਸ ਦੇਵਾਂ, ਲੋਕ ਕਹਿੰਦੇ ਜੀ ਜੋ ਆਮ ਤੌਰ ਤੇ ਇੱਥੇ ਇੱਕ ਦਿਨ ਮਾਤਾ ਜੀ ਕਹਿੰਦੇ ਸੀ ਵੀ ਤੁਸੀਂ ਆਪ ਨਹੀਂ ਕੁਛ ਵੀ ਦੱਸਦੇ, ਜਿਹੜੀ ਅਸੀਂ ਗੱਲ ਆਪ ਕਰਦੇ ਤੁਸੀਂ ਉਹਦਾ ਹੀ ਜਵਾਬ ਦਿੰਦੇ ਹੋ। ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਆਪਣੇ ਵੱਲੋਂ, ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ। ਤੁਹਾਡੀਆਂ ਲੱਤਾਂ ਔਰ ਬੈਕ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਣੀ ਹੈ, ਥੋੜਾ ਆਪਣਾ ਖਿਆਲ ਰੱਖਿਓ। ਕਿਤੇ ਵੀ ਗਿੱਲੇ ਥਾਂ ਦੇ ਉੱਤੇ ਜ਼ਿਆਦਾ ਤੁਰਨ ਦੀ ਕੋਸ਼ਿਸ਼ ਨਾ ਕਰਿਓ। ਲੋਕਾਂ ਨੇ ਕਹਿਣਾ ਜੀ ਗਿੱਲੇ ਥਾਂ ਤੇ ਸੱਟ ਸਲਿੱਪ ਹੋ ਸਕਦੀ ਆ, ਇਹ ਵੀ ਗੱਲਾਂ ਆਮ ਤੌਰ ਤੇ ਲੋਕ ਕਹਿੰਦੇ, ਇਹ ਤਾਂ ਕਾਮਨ ਜੀ ਗੱਲ ਆ। ਪਰ ਤੁਸੀਂ ਇਸ ਸਮੇਂ ਦੌਰਾਨ ਆਪਣੀ ਸਿਹਤ ਦਾ ਖਾਸ ਕਰਕੇ ਬੈਕ ਔਰ ਲੱਤਾਂ ਦਾ ਪੂਰਾ ਧਿਆਨ ਰੱਖਣਾ ਹੈ, ਇਹ ਤੁਹਾਡੇ ਵਾਸਤੇ ਆ। ਬਾਕੀ ਸਾਰਾ ਮਾਲਕ ਦੀ ਮਿਹਰ ਠੀਕ ਹੈ। ਇਸ ਕੁੜੀ ਦੇ ਗ੍ਰਹਿ ਮੇਰੇ ਵਾਸਤੇ ਕਿੱਦਾਂ ਇਸ ਵੇਲੇ ਆ ਜਿਹੜਾ ਸਾਲ ਸ਼ੁਰੂ ਹੋਇਆ ਉਹਦੇ ਵਿੱਚ ਤੁਹਾਡੀ ਹੈਲਥ ਨੂੰ ਖਰਾਬ ਕਰਨਗੇ, ਇਹਦੇ ਗ੍ਰਹਿ ਤੁਹਾਡੀ ਹੈਲਥ ਨੂੰ ਖਰਾਬ ਕਰਨਗੇ। ਜੇ ਤੁਸੀਂ ਇਹਦੇ ਮਦਰੋਂ ਤਾਂ ਖਰਾਬ ਕਰਨਗੇ, ਜੇ ਤੁਸੀਂ ਇਹਦੇ ਚਾਚੀ ਹੋ ਤਾਈਓ ਫੇਰ ਤੇ ਇਹ ਗੱਲ ਬੈਲੈਂਸ ਨਹੀਂ ਹੁੰਦੀ ਤੁਹਾਡੇ ਤੇ। ਜੇ ਭੂਆ ਹੋ ਕਈ ਵਾਰੀ ਏਦਾਂ ਹੁੰਦਾ ਕਿ ਫੈਮਿਲੀ ਨਹੀਂ ਗੱਲ ਕਰਦੀ, ਭੂਆ ਫੋਨ ਕਰ ਲੈਂਦੀ ਆ, ਕੋਈ ਚਾਚੀ ਫੋਨ ਕਰ ਲੈਂਦੀ ਆ। ਐਜ਼ ਏ ਮਦਰ ਜੇ ਤੁਸੀਂ ਫੋਨ ਕਰ ਰਹੇ ਹੋ, ਜੇ ਤੁਸੀਂ ਇਹਦੇ ਮਦਰ ਹੋ ਤਾਂ ਤੁਸੀਂ ਆਪਣੀ ਸਿਹਤ ਦਾ ਥੋੜਾ ਖਿਆਲ ਰੱਖਣਾ ਕਿ ਤੁਹਾਡੀ ਸਿਹਤ ਉੱਤੇ ਇਹਦਾ ਬੁਰਾ ਅਸਰ ਰਹੇਗਾ। ਅਗਰ ਭੂਆ ਜੀ ਹੋ ਤਾਂ ਤੁਹਾਡੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈਗੀ। ਨਹੀਂ ਮੈਂ ਮਦਰ ਹਾਂ, ਬਸ ਫਿਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਬਸ। ਠੀਕ ਹੈ ਜੀ। ਜਨਰਲੀ ਉਦਾਂ ਕੋਈ ਪ੍ਰੋਬਲਮ ਨਹੀਂ ਹੈਗੀ, ਬਾਬੇ ਦੀ ਮਿਹਰ ਆ, ਸਾਰਾ ਕੁਝ ਠੀਕ ਠਾਕ। ਠੀਕ ਹੈ ਜੀ। ਕੰਮਕਾਜ ਕਿੱਦਾਂ ਰਹੂਗਾ? ਸਾਰਾ ਕੁਝ ਠੀਕ ਹੈ ਜੀ, ਬਾਬੇ ਦੀ ਮਿਹਰ ਹੈ, ਕੋਈ ਟੈਨਸ਼ਨ ਨਹੀਂ। ਚਲੋ ਠੀਕ ਹੈ ਨਾ, ਮਿਹਨਤ ਕਰੋ, ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਠੀਕ ਹੈ ਜੀ। ਚਲੋ ਓਕੇ ਜੀ, ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ, ਬਹੁਤ ਬਹੁਤ ਧੰਨਵਾਦ। ओके जी बाय। प्रिय दर्शकों, सिंपल सी कई बार प्रिकॉशंस होते हैं, कोई गाइडलाइन होती है जो आपके लिए सहायक हो सकती है। बहुत बार आप लोग ये कहते हैं कि आप हमें बताएं। भाई आप डॉक्टर साहब के पास जाते हैं तो आप जाके उन्हें बताते हैं, डॉक्टर साहब पूछते हैं हाँ जी बताइए क्या बात है, आप बताते हैं मेरे कान में दर्द हो रहा है, तो फिर वो देखते हैं, चेकअप करते हैं, आपके पेट में दर्द हो रहा है, आपके आँखों की तकलीफ में है। वहाँ जाके आप कभी डॉक्टर को ये नहीं कहते हैं कि आप बताइए हमें क्या तकलीफ है। लेकिन जब आप हमारे पास आते हैं तो हमेशा यही चाहते हैं कि हम आपको बताएं। जब हम आपको बताना चाहते हैं तब आप उस चीज़ के ऊपर विश्वास नहीं करते हैं, क्योंकि वो बात फ्यूचर से जुड़ी होती है। वर्तमान में सब कुछ ठीक होता है और पास को आप जानना नहीं चाहते, और पास जाने से फ़ायदा भी कोई नहीं है, क्योंकि उसको हम बदल नहीं सकते हैं। तो वर्तमान के साथ हम फ्यूचर को प्लान जब करते हैं तो उसमें फिर आप चाहते भी और आप खुद ही उसके ऊपर विश्वास नहीं करते हैं। तो ये चीज़ें हो जाती हैं, लेकिन हम फिर भी कोशिश करते हैं। ये नहीं है कि इस सब्जेक्ट को कई बार लोग कहते हैं कि ये साइकोलॉजी है। क्या सूर्य साइकोलॉजी है? आप अगर ये मानते हैं कि जो सूर्य आप आसमान से देखते हैं, जिसकी किरणें हमारे तक पहुंची, इस पृथ्वी पर पहुंची, इस जीवन दान प्रदान करती हैं, क्या वो साइकोलॉजी है? क्या मून जो आसमान में दिखाई देता है वो साइकोलॉजी है? क्या जो इस मास को अभी नासा वाले ढूंढ रहे हैं उसको देख कर आए हैं कि वो लाल रंग का है, वहाँ जीवन हो सकता है, ऐसी स्थितियाँ हैं, वहाँ मिट्टी तक देखी गई है और लाल रंग के पत्थर चट्टाने तक देखी गई हैं, तो क्या ये साइकोलॉजी है? भाई हम ठीक है, आपका जो तर्क है, तर्क इसलिए है कि जब आप जाते हैं किसी के पास, कुछ चीज़ें नहीं बन पाती हैं, आपका समय या सामने वाले की गणना में कहीं ना कहीं कुछ त्रुटियाँ रह जाती हैं, ये हमारी कमियाँ हैं, हमें इनको मान लेना चाहिए और इसमें कुछ भी शर्म महसूस नहीं करनी चाहिए। लेकिन अगर किसी सब्जेक्ट के को जाने बगैर हम उसकी निंदा करें, उसको बुरा कहें, उसको बकवास कहें, अंधविश्वास कहें, तो ये बिल्कुल उसी तरह से है जैसे चांद के ऊपर थूकना। क्योंकि जब जिस चीज़ के बारे में हमें ज्ञान नहीं है उसके बारे में हमें कोई कमेंट करने का भी अधिकार नहीं। आप जब उसके ऊपर अध्ययन करें, उसकी जानकारी लें, उनका अध्ययन कर लें और तब आपको लगे ये सब चीज़ें बेकार हैं, इनमें कुछ नहीं है, तब आपका पूरा अधिकार है, आपका हक है और आप कहने में सक्षम है कि मैंने इस चीज़ों को पढ़ा है, ये रिसर्च की है और मुझे यहाँ पे कुछ नहीं मिला और ये सब चीज़ें बेकार हैं। लेकिन भाग्यवश या दुर्भाग्यवश, जो मर्जी कह लें आप इसको, जो भी भाग्य कहें या दुर्भाग्य कहें, स्थितियाँ
कुछ लोगों को इससे फ़ायदा होता है, कुछ लोग खाली हाथ मुड़ जाते हैं, किन्हीं की बहुत तरक्की होती है और कुछ लोग लुट जाते हैं। हर चीज़ में ऐसा होता है। कभी आपने किसी हॉस्पिटल के आगे जाके धरना दिया है? बहुत कम होता है। एक जैसे मैंने लास्ट टाइम भी किया था कि अगर कोई पेशेंट, एक ही बीमारी के 4 पेशेंट हैं, 3 ठीक हो गए, 1 ठीक नहीं हुआ, तो क्या आप उसके ऊपर विश्वास करना बंद कर देंगे? या 1 ठीक हो गया, 3 ठीक नहीं, तो क्या आप कहेंगे कि ये सब बकवास है? नहीं, क्योंकि वो हमारे जीवन का आधार है। हमें उनके ऊपर विश्वास करना होता है और हमारे पास कोई सोर्स नहीं होता है। अगर हमारे पास और अलग से कुछ ऐसी चीज़ें हैं तो हमें उनका भी उपयोग ही तो करना होगा, लेकिन वो कितनी कारगर सिद्ध होंगी इस बात की गारंटी कौन देगा? क्या आप देंगे? तो इसी तरह से है, लोग कहते हैं परमात्मा है, कुछ कहते हैं नहीं है, ये सब बकवास है, कोई परमात्मा नहीं, हम ही खुद ही आते हैं और खुद ही करके चले जाते हैं। अब ये उनकी समझ है, अब आप इसके ऊपर बहस नहीं कर सकते हैं। तो जिज्ञासु जब तक नहीं बनेंगे, आत्म दर्शन जब तक नहीं करेंगे, चिंतन नहीं करेंगे, मंथन नहीं करेंगे, तब तक हमारे हाथ में कुछ नहीं होगा और हम दूसरे के ऊपर दोषारोपण करते रहेंगे। और यही समाज की सबसे बड़ी विडंबना है कि समाज बटा हुआ है। जब समाज बढ़ता है तो फिर उसमें बहुत सारी चीज़ें इस तरह से हो जाती हैं जो दूरियां और बना देती हैं और फिर उसमें रंजिश पैदा होती है, उसमें रंगों पे, नामों पे, जातों पे, मजों पे, ना जाने किन किन चीज़ों के ऊपर फिर उसके ऊपर आक्रमण, इंसान का ही शत्रु हो जाता है और आक्रमण करता है। भाई ऐसा नहीं होना चाहिए। अगर आप ये कहते हैं कि आप उस परमात्मा को मानने वाले हैं और आप उसकी अपने कर्म पे विश्वास रखते हैं और उसी समय और दूसरी चीज़ कहते हैं कि सभी कुछ परमात्मा ने बनाया है और दूसरे ही सेकंड आप कहते हैं कि ये सब चीज़ें बकवास हैं और ये है, वो भी इंसान ने ही बनाई है, वो भी उस परमात्मा की ही बनाई हुई हैं और उनके पीछे कोई ना कोई रहस्य जरूर छुपा रहता है। आप तब कहें जब आप इन चीज़ों का अध्ययन करके और इसमें से कुछ ना पाएं, तब तक आपको कोई अधिकार नहीं है। अगर मैं किसी को बुरा कहूँ, अगर मुझे उस चीज़ की जानकारी नहीं है, तो ये उसका कसूर नहीं है, उसमें कमी नहीं, ये कमी मेरे अंदर होती है। तो हमें अपना आत्म मंथन, अपना आत्म चिंतन, अपना आत्म दर्शन, जीवन दर्शन, ज्ञान दर्शन, धर्म दर्शन जो है वो करना होगा, तभी हम उसके बारे में अच्छा और बुरा ओपिनियन जो है वो दे सकते हैं, देने का हक है। अदरवाइज ये सब बेकार की बातें। ऐसा कहकर हम अपनी वाणी को, अपने विचारों को अशुद्ध करते हैं और ये हमारे जीवन में सबसे बड़ा एक शत्रुता का हिसाब है, जिससे जो मार्गदर्शन, जो परमात्मा की तरह हमारा जो कहते हैं कि हमारा ध्यान नहीं लगता है, ये चीज़ें उसमें सबसे बड़ी विरोधाभास पैदा करती हैं, उसमें अविरोध पैदा कर देती हैं। इसलिए सब गोविंद है, सब गोविंद है, गोविंद बिन नहीं कोई, उस परमात्मा के सिवाय इस संसार में कुछ भी नहीं है। और ये चीज़ें जो भी हैं वो उसी की बनाई हैं, अच्छी भी और बुरी भी, वो सब में निवास करता है। ऐसा नहीं कि वो अच्छों में ही करता है, बुरों में भी वही उनको बुरा करने के लिए हमेशा उकसाता है, ताकि वो समझ जाएं समय रहते और वो उस रास्ते पे आए। अगर वो नहीं समझें तो उनका फल आपने देखा है क्या होता है। हमारे साथ जुड़े अगले कॉलर, उनसे ही बात करेंगे। हेलो जी। हेलो जी। हेलो, मैं अपने डॉटर बारे में पूछना। जी जी, डॉटर का नाम दसो, पहला अखर दे दो, टाइम, डेट ऑफ बर्थ दे दो प्लीज। एस में शुरू होता है। एस फॉर शुगर। हाँ जी। ओके, डेट ऑफ बर्थ किया जी? हाँ, डेट ऑफ बर्थ किया? 31st of the 8th 2006 2006 एंड टाइम किया जी? 4:47 p.m. 4:47 a.m. sorry. 4:47 a.m. Yeah. ओके, और प्लेस ऑफ बर्थ दे दो, जन्म किहड़ी जगह होया? Birmingham. ओके, ठीक है जी। तुसी डेट ऑफ बर्थ दी है, एस तो पहलों नाम बेटी का शुरू होंदा आ 31 अगस्त 2006 सवेर दे तड़के दे 4:47 ते तुसी होल्ड रखो। समा हो रहा ब्रेक का, मैं तो ब्रेक च गल कर दवा। प्रिय दर्शकों, बने रहे मेरे साथ, मिलूंगा ब्रेक के। स्वागत है जी आप सभी प्रोग्राम जन्म कुंडली में। प्रोग्राम में भाग लेना चाहते हैं, मेरे साथ बात करना चाहते हैं, नंबर है आपकी स्क्रीन के ऊपर, इस नंबर को डायल कर आप मेरे साथ बात कर पाएंगे। मेरा और आपका साथ रहेगा पूरे 9:30 बजे तक। हमारे साथ कॉलर पहले से ही हैं, ब्रेक में भी उनसे बात हो रही थी। जी हाँ, मैं तुहानू कह रहा सी कि कोई भी धार्मिक सरोवर होवे, ਉਹਦੇ ਵਿੱਚੋਂ ਇੰਡੀਆ ਤੋਂ ਜਿੱਦਾਂ ਆਪਣੇ ਧਾਰਮਿਕ ਇੱਥੇ ਤਾਂ ਨਹੀਂ ਹੈਗੇ, ਉੱਥੋਂ ਤੁਸੀਂ ਜਲ ਮੰਗਾ ਲਓ, ਜਾਂ ਇੱਥੇ ਆਪਣੇ ਗੁਰਦੁਆਰਾ ਸਾਹਿਬ ਜਾਓ, ਸੰਪੜ ਪਾਠ ਹੁੰਦੇ ਆ। ਕਈ ਵਾਰੀ ਆਪਾਂ ਘਰਾਂ 'ਚ ਵੀ ਇਦਾਂ ਦਾ ਕੋਈ ਜਿਹੜਾ ਹੈਗਾ ਉਪਰਾਲਾ ਕਰਦੇ ਆ, ਤੇ ਅਗਰ ਉਹ ਜਲ ਹੈਗਾ ਆ, ਉਹ ਜਲ ਦੇ ਨਾਲ ਇਹਦਾ ਇਸ਼ਨਾਨ ਕਰਾਇਆ ਜਾਵੇ। ਉਹ ਇਸ਼ਨਾਨ ਇਹਦੇ ਲਈ ਬਹੁਤ ਜ਼ਰੂਰੀ ਆ। ਜਦੋਂ ਤੱਕ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਦੀ ਐਜੂਕੇਸ਼ਨ ਦੀ, ਜਿੰਨਾ ਚਿਰ ਉਹ ਤੁਸੀਂ ਕਰਾਉਂਦੇ ਰਹੋਗੇ ਉਨਾ ਚਿਰ ਇਹ ਬੱਚਾ ਐਜੂਕੇਸ਼ਨ, ਔਰ ਮੈਨੂੰ ਇਹ ਕਲੀਅਰਲੀ ਇਹਦੇ ਵਿੱਚ ਨਜ਼ਰ ਆ ਰਿਹਾ ਕਿ ਬੱਚਾ ਗ੍ਰਾਮਰ ਸਕੂਲ ਦੇ ਵਿੱਚ ਜਾਏਗਾ। ठीक है ना। सो यदि सर इतने बहुत ज़्यादा स्ट्रैस ना पाओ, इस गल तो अपने आप इस बच्चे फ्री करो थोड़ा जा, नहीं तो बच्चा तुहाडा ध्यान नहीं देगा। तो जी गल मैनूं नज़र आ रही है, असीं अपने कर्मां नाल उहनूं खराब कर लवांगे कि असीं वो चीज़ का ज़्यादा बोझ पा रहे हैं।
ਇਸ ਚੀਜ਼ ਤੋਂ ਥੋੜਾ ਜਿਹਾ ਇਹਨੂੰ ਥੋੜਾ ਕਰੋ ਤੇ ਬਾਕੀ ਤਾਂ ਮਾਲਕ ਦੀ ਮਿਹਰ ਹੈ, ਮੈਨੂੰ ਠੀਕ ਹੀ ਨਜ਼ਰ ਆ ਰਿਹਾ ਹੈ ਫਿਲਹਾਲ। ਜ਼ਿਆਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ, ਹਲੇ ਕਾਫੀ ਟਾਈਮ ਹੈ, ਹੁਣ ਤੋਂ ਹੀ ਤੁਸੀਂ ਤਿਆਰੀ ਕਰ ਰਹੇ ਹੋ, ਇਹ ਚੰਗੀ ਗੱਲ ਹੈ। ਅਵੇਅਰ ਹੋ ਇਸ ਗੱਲ ਬਾਰੇ ਕਿ ਬੱਚਾ ਉਸ ਲੈਵਲ ਤੇ ਤਿਆਰ ਰਹੇ, ਆਪਣੇ ਆਪ ਨੂੰ ਰੱਖੇ, ਬਹੁਤ ਚੰਗੀ ਗੱਲ ਹੈ। ਪਰ ਨਾਲ ਦੀ ਨਾਲ ਥੋੜਾ ਜਿਹਾ ਹੈਲਥ ਦਾ ਖਿਆਲ ਤੁਸੀਂ ਜ਼ਰੂਰ ਰੱਖਣਾ ਆ। ਔਰ ਅਗਰ ਹੋ ਸਕਦਾ ਹੈ ਤਾਂ ਇਸ ਸਮੇਂ ਦੌਰਾਨ ਇਹਦੇ ਫਾਦਰ ਨੂੰ ਕਹੋ, ਅਗਰ ਉਹ ਕਰ ਸਕਦੇ ਆ, ਤੇ ਕਿ ਪੀਲੇ ਰੰਗ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਦਾਨ ਕੀਤੀਆਂ ਜਾਣ, ਉਹਨਾਂ ਦੇ ਹੱਥੋਂ ਕੀਤੀਆਂ ਜਾਣ। ਫਰੂਟ ਹੋ ਸਕਦਾ ਆ, ਕੋਈ ਲੰਗਰ ਵਾਸਤੇ ਦਾਲ ਦੇ ਸਕਦੇ ਆ, ਕੋਈ ਕੜਾਹ ਪ੍ਰਸ਼ਾਦ ਦੀ ਰਸਕ ਜਿਹੜੀ ਆ ਉਹਦੇ ਵਿੱਚ ਕੋਈ ਚੀਜ਼ਾਂ ਜਿਹੜੀਆਂ ਯੂਜ਼ ਦੀਆਂ ਉਹ ਦੇ ਸਕਦੇ ਆ। ਉਹ ਤੁਹਾਡੇ ਲਈ ਲਾਭਦਾਇਕ ਹੋਣਗੀਆਂ, ਉਹ ਫਾਇਦਾ ਕਰਨਗੀਆਂ ਤੁਹਾਨੂੰ। ਇਹਦਾ ਡੈਡੀ ਦੇਵੇ, ਪਰ ਤੁਹਾਡੇ ਦਿੱਤਿਆਂ ਗੱਲ ਨਹੀਂ ਬਣੀ, ਇਹਦਾ ਡੈਡੀ ਇਹ ਗੱਲ ਕਰੇ ਤੇ ਉਹਦੇ ਨਾਲ ਲਾਭ ਹੋਏਗਾ। ਵੈਸੇ ਬੱਚਾ ਤੁਹਾਡਾ ਜਿਹੜਾ ਆ ਉਹ ਤਰੱਕੀ ਲੈ ਕੇ ਪੈਦਾ ਹੋਇਆ, ਇਹ ਆਪਣੇ ਜੀਵਨ ਦੇ ਵਿੱਚ ਤਰੱਕੀ ਕਰੇਗਾ ਜਦੋਂ ਕੁਝ ਬਣ ਜਾਊਗੀ ਤਾਂ ਜੀ, ਤਰੱਕੀ ਕਰੂਗਾ ਇਹ ਬੱਚਾ। ਅੱਛਾ ਜੀ, ਜੌਬ ਜੁਬ ਜਦੋਂ ਚੰਗੀ ਤਰ੍ਹਾਂ ਇਹਨੂੰ ਮਿਲ ਜਾਵੇ, ਹੱਲੇ ਇਹਨੂੰ ਗਰੋ ਅਪ ਤਾਂ ਹੋਣ ਦਿਓ। ਤਰੱਕੀ ਦਾ ਮਤਲਬ ਹੈ ਗਰੋ ਅਪ ਹੋਣ ਦਿਓ, ਹੱਲੇ ਆਪਾਂ ਇਹਨੂੰ ਉਸ ਲੈਵਲ ਤੇ ਜਾਣ ਦਈਏ ਔਰ ਸਟ੍ਰੈਸ ਲੈਵਲ ਘਟਾਓ। ਜੇ ਤੁਸੀਂ ਇਹ ਚੀਜ਼ ਨੂੰ ਫੋਲੋ ਕਰ ਗਏ ਤਾਂ ਆਉਣ ਵਾਲੇ ਦਿਨਾਂ 'ਚ ਜਦੋਂ ਗ੍ਰਾਮਰ ਸਕੂਲ ਨੂੰ ਮਿਲ ਜਾਏਗਾ ਨਾ, ਫਿਰ ਮੈਨੂੰ ਦੁਬਾਰਾ ਕਾਲ ਕਰ ਲਿਓ, ਫਿਰ ਮੈਂ ਦੱਸੂਗਾ ਹੁਣ ਤੁਹਾਨੂੰ ਇਹਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੀਦਾ, ਇਹਦੇ ਲਈ ਕਿਹੜਾ ਰਾਸਤਾ ਜਿਹੜਾ ਇਹਦੀ ਲਾਈਫ ਦੇ ਵਿੱਚ ਅੱਗੇ ਵਧੇਗਾ। ਠੀਕ ਹੈ ਨਾ। ਅੱਜ ਦੀ ਡੇਟ ਵਿੱਚ ਸਾਡਾ ਜਿਹੜਾ ਟਾਰਗੇਟ ਹੈਗਾ ਆ ਉਹ ਹੈਗਾ ਆ ਇਹਦਾ ਗ੍ਰਾਮਰ ਸਕੂਲ। ਠੀਕ ਹੈ ਨਾ, ਤੁਸੀਂ ਉਹਦੇ ਤੇ ਫੋਕਸ ਕਰੋ, ਪਰ ਬਹੁਤ ਜ਼ਿਆਦਾ ਸਟ੍ਰੈਸ ਨਹੀਂ, ਕਿਉਂਕਿ ਤੁਹਾਡਾ ਬੱਚਾ ਮਾਨਸਿਕ ਤੌਰ ਤੇ ਕਈ ਚੀਜ਼ਾਂ ਨੂੰ ਬੇਰ ਨਹੀਂ ਕਰ ਰਿਹਾ, ਲੈ ਨਹੀਂ ਪਾ ਰਿਹਾ ਚੈਲੰਜ ਨੂੰ। ਤੁਸੀਂ ਉਹ ਚੀਜ਼ ਨੂੰ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਉਹ ਇਨਕਰੇਜ ਉਹਨੂੰ ਕਰੋ, ਪਰ ਉਹਨੂੰ ਨਾਲ ਦੀਆਂ ਥੋੜੀ ਢਿੱਲ ਦਿਓ ਤਾਂ ਕਿ ਉਹ ਆਪਣੇ ਆਪ ਨੂੰ ਫ੍ਰੀ ਫੀਲ ਕਰੇ, ਐਕਸਟਰਾ ਬਰਡਨ ਨਾ ਉਹਦੇ ਉੱਤੇ ਪਾਓ। ਇੰਨਾ ਕੁ ਤੁਸੀਂ ਜ਼ਰੂਰ ਕਰੋ, ਇਹ ਮੇਰੀ ਐਡਵਾਈਸ ਮੰਨ ਲਓ। ਚਲੋ ਇੰਨੀ ਗੱਲ ਮੇਰੇ ਵੱਲੋਂ ਮੰਨ ਲਓ। ਮੇਰੇ ਬੱਚੇ ਵੀ ਆ, ਮੈਂ ਕਈ ਵਾਰ ਕਹਿੰਦਾ ਖੇਡੋ, ਕੋਈ ਗੱਲ ਨਹੀਂ, ਕੋਈ ਟੈਨਸ਼ਨ ਨਹੀਂ ਹੈਗੀ, ਗ੍ਰਾਮਰ ਸਕੂਲ ਪੜ੍ਹ ਕੇ ਵੀ ਤਾਂ ਆਪਾਂ ਕੰਮ ਹੀ ਕਰਨੇ ਆ। ਠੀਕ ਹੈ ਨਾ। ਸੋ ਜ਼ਿਆਦਾ ਟੈਨਸ਼ਨ, ਪਰ ਉਹਨੂੰ ਤਿਆਰ ਆਪਾਂ ਉਸ ਤਰੀਕੇ ਨਾਲ ਕਰਨਾ ਹੁੰਦਾ, ਪਰ ਉਹਨਾਂ ਨੂੰ ਥੋੜੀ ਜਿਹੀ ਫਰੀਡਮ ਜੀ ਮਿਲ ਜਾਂਦੀ ਆ। ਸੋ ਨਿਆਣਾ ਰਿਫਰੈਸ਼ ਹੋ ਜਾਂਦਾ, ਦੁਬਾਰਾ ਫਿਰ ਉਹਨਾਂ ਚੀਜ਼ਾਂ ਨੂੰ ਚੈਲੰਜ ਲੈਂਦਾ ਆ, ਫਿਰ ਅੱਗੇ ਚੱਲਦਾ ਆ, ਉਹ ਵਧੀਆ ਰਹਿੰਦਾ ਉਸ ਚੀਜ਼ ਨਾਲ। ਹਰ ਵੇਲੇ ਜੇ ਆਪਾਂ ਉਹਨਾਂ ਨੂੰ ਇੱਕੋ ਹੀ ਚੀਜ਼ ਉੱਤੇ ਲੈ ਕੇ ਚੱਲਾਂਗੇ ਨਾ, ਫਿਰ ਕਿਤੇ ਨਾ ਕਿਤੇ ਬੱਚਾ ਬੋਰਡ ਹੋ ਜਾਏਗਾ, ਉਹਦੇ ਨਾਲ ਫਿਰ ਫਾਇਦਾ ਨਹੀਂ ਹੈਗਾ। ਮੈਂ ਆਪਣੇ ਮੁੰਡੇ ਬਾਰੇ ਪੁੱਛ ਸਕਦੀ? ਜੀ ਜ਼ਰੂਰ ਜੀ ਜ਼ਰੂਰ। ਬੇਟੇ ਦਾ ਨਾਮ ਵੀ ਦੱਸ ਦਿਓ, ਪਹਿਲਾਂ ਅੱਖਰ ਦੇ ਦਿਓ, ਉਹਦੀ ਡੇਟ ਆਫ ਬਰਥ ਦੇ ਦਿਓ। ਐਮ ਸ਼ੁਰੂ ਹੁੰਦਾ ਉਹਦਾ ਨਾਮ। ਓਕੇ, ਐਮ ਫॉर ਮਦਰ। ਟਾਈਮ, ਡੇਟ ਆਫ ਬਰਥ ਕੀ ਹੈ? 13th of the 4th 2003. 13th of April. Okay, 13th of the 4th. Okay, 2013. 2003. Okay, 3. All right जी, और टाइम की है? 3:59 p.m. 3:59 p.m. और सेम प्लेस हैगा ਇਹਦਾ ਵੀ ਜਨਮ ਦਾ? Birmingham. Okay. ਇਹ ਪਿਛਲੀ ਵਾਰ ਇੱਕ ਵਾਰ ਮੈਂ ਤੁਹਾਨੂੰ ਫੋਨ ਕੀਤਾ ਸੀ, ਇਹਨੂੰ ਕੀਤਾ ਸੀ ਤੁਸੀਂ। ਜੀ, ਹੁਣ ਕੀ ਚਾਹੁੰਦੇ ਹੋ ਇਹ ਦੱਸੋ। ਜਨਮ ਦਿਨ ਦਾ ਲੰਘ ਗਿਆ ਆ, ਜਨਮ ਦਿਨ 13 ਤਰੀਕ ਨੂੰ ਨਿਕਲ ਚੁੱਕਾ ਆ, ਤੇ ਇਸ ਵੇਲੇ ਇਸ ਬੱਚੇ ਦੇ ਲਈ ਇਹ ਤੁਹਾਨੂੰ ਸਪੈਸ਼ਲ ਕੇਅਰ ਕਰਨੀ ਪੈਣੀ ਹੈ। ਇਹਦੀਆਂ ਅੱਖਾਂ ਦਾ ਔਰ ਪੇਟ ਦਾ ਬਹੁਤ ਧਿਆਨ ਰੱਖਣਾ ਪੈਣਾ ਤੁਹਾਨੂੰ। ਯਾਰ ਪੇਟ ਵਿੱਚ ਹੈਲਥ ਦੀ ਪ੍ਰੋਬਲਮ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਹਾਂਜੀ, ਅੱਖਾਂ ਦਾ ਔਰ ਪੇਟ ਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ। ਤੇ ਇੱਕ ਚੀਜ਼ ਦਾ ਤੁਹਾਨੂੰ ਹੋ ਰਿਹਾ ਕਿ ਤੁਹਾਡੇ ਕਿਸੇ ਰਿਲੇਟਿਵ ਵੱਲੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਸਕਦਾ। ਆਮ ਤੌਰ ਤੇ ਬੰਦੇ ਕਹਿੰਦੇ ਜੀ ਪਰਿਵਾਰ 'ਚ ਹੀ ਹੁੰਦੇ ਆ, ਮੈਂ ਵੀ ਇਹੀ ਗੱਲ ਕਰਨਾ, ਆਪਣੇ ਨੋ ਨਹੀਂ ਹੁੰਦੇ ਆ। ਤੁਹਾਡਾ ਕੋਈ ਜ਼ਮੀਨੀ ਵਿਵਾਦ ਜਿਹੜਾ ਹੈ, ਕੋਈ ਪ੍ਰਾਪਰਟੀ ਨੂੰ ਲੈ ਕੇ ਜਾਂ ਬੈਕ ਹੋਮ, ਜੇ ਤੁਹਾਡਾ ਹਲੇ ਕੋਈ ਲਿੰਕ ਹੈਗਾ ਆ ਇੰਡੀਆ ਦੇ ਵਿੱਚ, ਤੁਹਾਡੀਆਂ ਪ੍ਰਾਪਰਟੀ, ਤੁਹਾਡੀ ਫੈਮਿਲੀ ਉੱਥੇ ਹੈਗੀ, ਉੱਥੋਂ ਤੁਹਾਨੂੰ ਕੋਈ ਨਾ ਕੋਈ ਚੰਗੀ ਖਬਰ ਨਹੀਂ ਹੈਗੀ, ਉੱਥੋਂ ਥੋੜਾ ਜਿਹਾ ਤੁਹਾਨੂੰ ਪਰੇਸ਼ਾਨੀ ਸਾਹਮਣੇ ਆਊਗੀ ਤੁਹਾਡੇ ਲਈ। ਇੱਥੇ ਵੀ ਇਹਦੇ ਫਾਦਰ ਨੂੰ ਕਹੋ ਕਿ ਕੋਈ ਵੀ ਚੀਜ਼ ਉਹ ਕਰਦੇ ਆ ਥੋੜਾ ਅਵੇਅਰ ਰਹਿਣ, ਰਫ ਡਰਾਈਵਿੰਗ ਬਿਲਕੁਲ ਨਹੀਂ ਕਰਨੀ, ਇਸ ਗੱਲ ਦਾ ਖਾਸ ਧਿਆਨ ਰੱਖਣਾ। ਅਗਰ ਉਹ ਡਰਾਈਵਿੰਗ ਕਰਦੇ, ਡਰਾਈਵਿੰਗ ਵੇਲੇ ਸਪੈਸ਼ਲ ਉਹਨਾਂ ਨੇ ਕੋਸ਼ਿਸ਼ ਰਹਿਣਾ ਆ ਜਿਹਦੇ ਨਾਲ ਉਹਨਾਂ ਨੂੰ ਕਿਸੇ ਮਾਈਨਰ ਐਕਸੀਡੈਂਟ ਕਹਿ ਲਓ ਜਾਂ ਵੱਡਾ ਕਹਿ ਲਓ, ਪਰ ਜੇ ਐਕਸੀਡੈਂਟ ਹੁੰਦਾ ਆ ਤੇ ਤੁਹਾਨੂੰ ਪਤਾ ਵੀ ਇੰਸ਼ੋਰੈਂਸ ਵੀ ਵੱਧਦੀ ਆ, ਗੱਡੀ ਵੀ ਟੁੱਟਦੀ ਆ, ਫਿਰ ਕਈ ਤਰ੍ਹਾਂ ਹੁੰਦੇ, ਥੋੜਾ ਜਿਹਾ ਇਸ ਗੱਲ ਦੀ ਅਵੇਅਰ ਰਹਿਣਾ ਹੈਗਾ ਆ। ਜੇ ਚੀਜ਼ ਮੇਨਟੇਨ ਕਰ ਜਾਓਗੇ ਤਾਂ ਬਾਕੀ ਬਾਬੇ ਦੀ ਮਿਹਰ ਹੈ ਸਾਰਾ ਕੁਝ। ਜੀ, ਤੁਹਾਡਾ ਸਵਾਲ ਕੀ ਹੈ? ਹੁਣ ਮੈਂ ਆਪ ਹੀ ਬੋਲੀ ਜਾਣਾ, ਤੁਹਾਡਾ ਸਵਾਲ ਕੀ ਆ? ਇਹਦੇ ਹੈਲਥ ਬਾਰੇ ਪੁੱਛਣਾ ਸੀਗਾ ਇਸ ਟਾਈਮ। ਜੀ, ਇਸ ਸਾਲ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰਨੀ ਆ ਕਿ ਜਿੰਨਾ ਵੀ ਹੋ ਸਕਦਾ ਆ ਇਹਦੇ ਹੱਥੋਂ ਮਿੱਠੀਆਂ ਚੀਜ਼ਾਂ ਦਾ ਮਤਲਬ ਇਹ ਹੈਗਾ ਆ ਕਿ ਜੇ ਉਹ ਬੱਚਿਆਂ ਨੂੰ, ਜਿਹੜੀਆਂ ਲੜਕੀਆਂ ਆ ਜਾਂ ਇਹੋ ਜਿਹੇ ਜਗ੍ਹਾ ਜਿੱਥੇ ਜਿੱਦਾਂ ਹੋਮ ਦੇ ਵਿੱਚ ਓਲਡ ਲੇਡੀਜ਼ ਵੂਮਨਸ ਰਹਿੰਦੀਆਂ ਆ, ਉਹਨਾਂ ਨੂੰ ਕੋਈ ਹੈਲਪ ਕੀਤੀ ਜਾਵੇ, ਔਰਤਾਂ ਦੀ ਹੈਲਪ ਕੀਤੀ ਜਾਵੇ। ਉਹਦੇ ਨਾਲ ਇਹਦੀ ਸਿਹਤ, ਡਾਕਟਰ ਸਾਹਿਬ ਨੂੰ ਤੁਸੀਂ ਦਿਖਾਉਣਾ, ਕਿਉਂਕਿ ਸਿਹਤ ਦਾ ਮਸਲਾ ਹੁੰਦਾ, ਅਸੀਂ ਬੇਨਤੀ ਪਹਿਲੇ ਹੀ ਕਰਦੇ ਵੀ ਡਾਕਟਰ ਸਾਹਿਬ ਕੋਲ ਜਾਓ। ਪਰ ਗ੍ਰਹਿਾਂ ਦੇ ਵਿੱਚ ਇਹ ਆ ਕਿ ਅਗਰ ਤੁਸੀਂ ਔਰਤਾਂ ਦੀ ਮਦਦ ਕਰਦੇ ਆ ਇਸ ਵੇਲੇ, ਨੀਡੇਬਲ ਜਿਹੜੀਆਂ ਔਰਤਾਂ ਹੈਗੀਆਂ, ਹਰ ਔਰਤ ਦੀ ਮਦਦ ਕਰਨ ਦੀ ਕਈ ਵਾਰੀ ਆਪਾਂ ਨੂੰ ਉਹ ਮਹਿੰਗੀ ਪੈ ਜਾਂਦੀ ਆ। ਅਗਰ ਨੀਡੇਬਲ ਔਰਤਾਂ, ਓਲਡ ਲੇਡੀਜ਼ ਜਿਹੜੀਆਂ ਹੈਗੀਆਂ ਆ, ਜਿਹੜੀਆਂ ਵਾਕਈ ਮਤਲਬ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਸਟਕ ਹੈਗੀਆਂ, ਉਹਨਾਂ ਦੀ ਅਗਰ ਹੈਲਪ ਕੀਤੀ ਜਾਵੇ ਤਾਂ ਉਹ ਇਸ ਬੱਚੇ ਦੀ ਹੈਲਥ ਦੇ ਮਾਮਲੇ ਵਿੱਚ ਹੈਲਪ ਕਰੇਗੀ। ਔਰ ਅਗਰ ਇਹ ਬੱਚਾ ਆਪਣੀ ਮਾਂ ਦੇ, ਆਪਣੀ ਦਾਦੀ ਦੇ ਆਸ਼ੀਰਵਾਦ ਲਵੇ, ਪੈਰਾਂ ਦੇ ਨੂੰ ਛੂਹ ਕੇ ਹੱਥ ਲਾਉਂਦਾ ਰਹੇ, ਤਾਂ ਉਹਦੇ ਨਾਲ ਵੀ ਇਹਦੀ ਹੈਲਥ ਵਿੱਚ ਕਾਫੀ ਲਾਭ ਹੋਊਗਾ।
ਸਿੰਪਲ ਜਿਹਾ ਉਪਾਅ ਕਰਨ ਦੀ ਲੋੜ ਆ, ਬਾਹਲੇ ਵੱਡੇ ਵੱਡੇ ਉਪਾਅ ਕਰਨ ਦੀ ਕੋਈ ਵੀ ਇਹਦਾ ਡਰਨ ਦੀ ਲੋੜ ਨਹੀਂ ਹੈਗੀ। ਇਹਨਾਂ ਜਿਵੇਂ ਮੇਨਟੇਨ ਕਰੋਗੇ ਤੇ ਲਾਭ ਹੋਊਗਾ ਜੀ। ਉਪਾਅ ਆਹੀ ਆ ਜਿਹੜਾ ਇਹਨਾਂ ਬਜ਼ੁਰਗ ਔਰਤਾਂ ਦੀ ਤੇ ਆਪਣੇ ਮਾਤਾ ਦਾ ਦਾਦੀ ਦਾ ਆਸ਼ੀਰਵਾਦ ਲਵੇ ਤੇ ਇਸ ਦੌਰਾਨ ਜੇ ਬੱਚੇ ਦੇ ਲੱਤ ਦੇ ਉੱਤੇ ਮੱਥੇ ਦੇ ਉੱਤੇ ਖਾਸ ਕਰਕੇ ਸੱਜੀ ਅੱਖ ਦੇ ਆਈਬਰੋ ਦੇ ਆਸ-ਪਾਸ ਸੱਟ ਲੱਗ ਸਕਦੀ ਆ, ਬੁੱਲਾਂ ਤੇ ਸੱਟ ਲੱਗ ਸਕਦੀ ਆ। ਜੇ ਲੱਗ ਜਾਂਦੀ ਆ ਫਿਰ ਆਉਣ ਵਾਲੇ ਫਿਊਚਰ ਵਿੱਚ ਕਾਫੀ ਚੀਜ਼ਾਂ ਇਦਾਂ ਦੀਆਂ ਹੋਣੀਆਂ ਆ ਜਿਨ੍ਹਾਂ ਉੱਤੇ ਇਹਦਾ ਲੌਂਗ ਜਿੱਦਾਂ ਕਹਿ ਸਕਦੇ ਬੁਰਾ ਅਸਰ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ। ਕੋਸ਼ਿਸ਼ ਕਰੋ ਵੀ ਖੇਡਦਾ ਖੁੱਡਦਾ ਜ਼ਰਾ ਧਿਆਨ ਰੱਖੇ ਆਪਣਾ ਮਾੜਾ ਮੋਟਾ, ਇਸ ਗੱਲ ਦਾ ਨਾਲ ਖਿਆਲ ਰੱਖੋ। मगर ये प्राइवेट ठीक होगा है जी, कदे ग्राम स्कूल तो पास हो गया जी जी जी। पढ़ाई वाले ग्रह ठीक है, ਤੁਹਾਡੇ ਦੋਨੇ ਹੀ ਬੱਚਿਆਂ ਦੇ ਠੀਕ ਆ। ਛੋਟੀ ਦੇ ਵੀ ਜਿਹੜਾ ਤੁਸੀਂ ਉਹਦੀ ਗੱਲ ਫਿਕਰ ਕਰ ਰਹੇ ਹੋ 2006 ਵਾਲੀ ਦੇ, ਉਹਦੇ ਵੀ ਠੀਕ ਆ। ਉਹਨਾਂ ਦੀ ਆਪਾਂ ਨੂੰ ਕੋਈ ਜ਼ਿਆਦਾ ਇੰਨੀ ਟੈਨਸ਼ਨ ਨਹੀਂ ਹੈਗੀ। ਬਸ ਤੁਸੀਂ ਇੱਕ ਪੋਜ਼ਿਟਿਵ ਅਪਰੋਚ ਨਾਲ ਤੁਰੇ ਚੱਲੋ ਅੱਗੇ, ਇੱਕ ਚੰਗੀ ਸੋਚ ਦੇ ਨਾਲ ਅੱਗੇ ਚੱਲੀ ਚੱਲੋ, ਆਪਣਾ ਯੋਗਦਾਨ ਪੂਰਾ ਦੇਈ ਚੱਲੋ। ਇਹ ਤੁਹਾਡੇ ਜ਼ਰੂਰੀ ਆ। ਇਸ ਵੇਲੇ ਤੁਹਾਨੂੰ ਇਹਦੀ ਹੈਲਥ ਦੇ ਵਿੱਚ ਮੇਜਰ ਖਿਆਲ ਰੱਖਣਾ ਆ ਕਿ ਕੋਈ ਚੋਟ ਨਾ ਲੱਗੇ ਇਹਨੂੰ, ਚੋਟ ਦੇ ਵਿੱਚ, ਔਰ ਪੇਟ ਦਾ ਖਾਸ ਤੌਰ ਤੇ ਖਿਆਲ ਰੱਖਣਾ ਇਹਦਾ, ਅੱਖਾਂ ਪੇਟ ਦਾ। ਕਿਉਂਕਿ ਜਦੋਂ ਮੈਂ ਅੱਖ ਦੀ ਗੱਲ ਕੀਤੀ ਆ, ਭਰਵੱਟੇ ਤੇ ਰਾਈਟ ਸਾਈਡ ਭਰਵੱਟੇ ਦੇ ਉੱਤੇ ਸੱਟ ਲੱਗਦੀ ਹੁੰਦੀ ਆਈਬਰੋ ਦੇ ਆਲੇ ਦੁਆਲੇ, ਦੇ ਨਾਲ ਅੱਖ ਡੈਮੇਜ ਹੋਣ ਦਾ ਵੀ ਕਈ ਵਾਰੀ ਡਰ ਰਹਿੰਦਾ ਹੁੰਦਾ ਆ। ਸੋ ਜੋ ਵੀ ਇਹ ਫੁੱਟਬਾਲ ਖੇਡਦਾ ਆ ਜਾਂ ਇੱਥੇ ਆਪਣੇ ਹੁਣ ਬੱਚੇ ਖੇਡਦੇ ਰਹਿੰਦੇ ਆ, ਸੋ ਥੋੜਾ ਜਿਹਾ ਅਵੇਅਰ ਰੱਖਿਓ ਬਸ ਇਸ ਗੱਲ ਬਾਰੇ। ਜੀ, ਹੋਰ ਸੇਵਾ ਦੱਸੋ। नहीं बस यही पूछना था। शुक्रिया जी ਤੁਹਾਡਾ ਵੀ ਕਾਲ ਕਰਨ ਦੇ ਲਈ। ਉਮੀਦ ਕਰਦਾ ਕਿ ਤੁਹਾਨੂੰ ਇਹ ਗਾਈਡਲਾਈਨ ਜਿਹੜੀ ਆ ਹੈਲਪ ਕਰੇਗੀ ਔਰ ਇਹਦਾ ਤੁਸੀਂ ਥੋੜਾ ਖਿਆਲ ਰੱਖਿਓ। ਬਾਕੀ ਬਾਬੇ ਦੀ ਫੁੱਲ ਕਿਰਪਾ, ਪਰਮਾਤਮਾ ਦੀ ਮਿਹਰ ਹੈ, ਤੁਹਾਡਾ ਸਾਰਾ ਕੁਝ ਠੀਕ ਹੈ। ਆਪਣੇ ਆਪ ਦੇ ਭਰੋਸਾ ਰੱਖ ਕੇ ਅੱਗੇ ਵਧੋ, ਪਰਮਾਤਮਾ ਆਪਣੀ ਮਿਹਰ ਕਰੇਗਾ ਤੁਹਾਡੇ ਤੇ। ठीक है जी, शुक्रिया जी कॉल करने के लिए। प्रिय दर्शकों, बस यही कुछ चीज़ें होती हैं जो हम जन्म कुंडली के माध्यम से आपको बताने की, दर्शाने की कोशिश करते हैं। आगाह अब आने वाले समय में चोट का जो डर है, अब उसके लिए अगर आप पहले से ही आगाह आपको कर दिया गया, अगर फिर भी वो होता है तो फिर आप उसको क्या कहेंगे आप उनको? फिर आपका खुद का कसूर है या हमारा कसूर है, या ऐसा था ही किस्मत में, डेस्टिनी में, कब क्या कैसे घूम जाए, कब अपने दुश्मन हो जाए और दुश्मन अपने हो जाए, पता ही नहीं चलता है। तो ये ग्रहों की स्थिति इस तरह से चलती है। तो आखिरी के कुछ मिनट बैठे हैं भाई, उनमें भी हम आपसे बात करेंगे। खास तौर पे मरकरी के बारे में बात करूंगा, क्योंकि ये मरकरी जो चेंज ले रहा है, जब इसकी जो तीव्रता हमें दिखाई दे रही है, उसका क्या प्रभाव रहेगा। अगर आप मुझे ऑफ एयर कांटेक्ट करना चाहते हैं, मेरे साथ प्राइवेट कंसल्टेशन लेना चाहते हैं, आपकी स्क्रीन के ऊपर 2-4 मिनट में फीडबैक नंबर आएगा। पिछले हफ्ते किसी कारणवश आप हमारा फीडबैक नंबर आपकी स्क्रीन पे नहीं आया, आप उसे नोट नहीं कर पाए, उसके लिए क्षमा भाई। आप लोगों ने इसके बारे में कंप्लेंट्स की हैं, कई बार ऐसा हो जाता है। लेकिन अगर आज ऐसा कुछ होता है तो प्लीज़ आप उस समय मुझे कॉल करें कि नंबर नहीं आ रहा है, तो मैं आपको नंबर बोल के बता दूंगा। फीडबैक नंबर हमेशा शुरू होता है 01827 से। आप उस नंबर को नोट कर उस नंबर पे कॉल कर अपने लिए समय ले सकते हैं। उसमें हम आपकी जो समस्याएं हैं उनको जानने की, समझने की और उनका जो एस्ट्रोलॉजी के माध्यम से जो समाधान है उसको आपको बताने की कोशिश करेंगे कि किस तरह से आप इस समय में धैर्य के साथ, क्योंकि आपकी सहनशीलता, आपका आत्मविश्वास सबसे बड़ा आपकी ताकत है, आपका सबसे बड़ा स्ट्रॉन्ग पॉइंट है। बस इसको आपने नहीं छोड़ना, इसी का ध्यान रखना है। और साथ साथ अगर आपको किसी भी तरह की हेल्प है तो उसको नीड है तो आप उसको लेते चलें, जो आपके लिए हमेशा ही अच्छा होता है। फीडबैक नंबर आपकी स्क्रीन पे आएगा, उसको आप नोट करें। और साथ ही साथ कहूँगा, जी हाँ, जाने से पहले ये जरूर कहूँगा कि गंडमूल के बारे में हमेशा कहता हूँ, आज और कल में गंडमूल बिल्कुल भी नहीं है, इसलिए आप उसकी ज़्यादा चिंता ना करें। आज का जो नक्षत्र था वो था कृतिका नक्षत्र, जो अभी तक चल रहा है। इसमें कृतिका नक्षत्र जो है उसके अधिपति हैं सूर्यदेव, और चंद्रमा जब सूर्यदेव के नक्षत्र से इस स्थिति में गुजरते हैं तो वो अपनी उच्च राशि में होते हैं और एक बहुत ही शुभकारी योग बन जाता है। और ये इसलिए भी शुभकारी है कि ये शुक्ल पक्ष शुरू हो गया है, क्योंकि अमावस्या बीत चुकी है। तो शुक्ल पक्ष में अगर चंद्रमा टॉरस राशि में आ जाते हैं तो ये काफ़ी लाभप्रद स्थितियाँ इंसान की ज़िंदगी में पैदा करते हैं, अगर किसी बुरे ग्रह का प्रभाव, मैलेफिक प्रभाव उसके ऊपर ना पड़ रहा हो, और उनके जो हाउस जो उन्होंने पकड़ रखा है वो एक अच्छा घर हो, तो वो हमेशा ही आपके लिए लाभप्रद रहेगा। अगर इस स्थिति में बुरा घर भी आ जाए तब भी चंद्रमा जीवन का कारक है, जो आपके लिए कोई ना कोई रास्ता बना ही देता है, क्योंकि पानी जीवन का कारण है। और एस्ट्रोलॉजी में चंद्रमा को पानी का ही देवता अधिपति माना जाता है, माता का अधिपति माना जाता है।
तो ये सारी जो ग्रहों की ये चीज़ें हैं, ये इस पृथ्वी के साथ, इंसानी जीवन के साथ, रिश्तों के साथ जो प्रभाव छोड़ती हैं, उसी का आंकलन होता है कि किस तरह से आपके ऊपर इनका अच्छा या बुरा प्रभाव होगा। तो आज की स्थिति में कृत्तिका नक्षत्र, चंद्रमा का वृषभ राशि से गुजरना एक अच्छा योग। हमने मेष राशि के बारे में, एरीज राशि के बारे में लास्ट वीक वेडनेसडे के दिन धन की स्थिति के बारे में बात की थी। आज भी करना चाहता लेकिन हो नहीं पाएगी, उसके लिए क्षमा चाहूँगा। साथ ही साथ भाई कल 1 तारीख को लेबर डे सारी दुनिया में मनाया जाएगा। भाई हम सभी दुनिया भर के मजदूर ही हैं, हम लोग कहीं ना कोई मेहनत करते हैं, तो आप हम सभी एक साथ मिल बैठे। जैसे इस दिन को हमने एक लेबर डे के तौर पे मनाते हैं, तो हम एक साथ मिल बैठे और विचारें कि किस तरह हम और खुशहाली की तरह आगे बढ़ें और हमारा जीवन और खुशहाल और उज्जवल हो, लेकिन समाज में समानता के साथ, विरोध के साथ नहीं। उसके अलावा है अक्षय तृतीया। अक्षय का मतलब है जिसका कभी क्षय नहीं होता। ये अक्षय तृतीया भी है कल के दिन। कल के दिन ये माना जाता है, ये कहा जाता है कि चंद्रमा का शुक्ल पक्ष में तृतीय रोहिणी नक्षत्र से गुजरना और शुक्ल पक्ष में, और चंद्रमा वृषभ राशि में वैसे ही उत्तम होते हैं और ये उत्तम नक्षत्र माना जाता है। तो कल रोहिणी नक्षत्र से चंद्रमा का संचार होगा, तृतीय तिथि होगी, और ये ऐसा दिन माना जाता है कि इस दिन किसी मुहूर्त, किसी भी चीज़ की जरूरत नहीं है। अगर जो भी कार्य आप करना चाहें वो बेझिझक कर सकते हैं, इसका कभी क्षय नहीं होता है। तो आप एक अच्छी प्लानिंग करें, एक अच्छी सोच के साथ। हर रोज़ हम करते हैं और एक परिवार को चलाने के लिए हमेशा ही हमारे पास प्लानिंग्स होती हैं, किस तरह से हमने महीने का सारा छुट्टियों का, खाने पीने का, कहीं आने जाने का हम सारा सिस्टम मिलाते हैं। तो ये कल का दिन कुछ अच्छे कार्यों के लिए, कुछ अच्छी सोच के लिए इसको अगर करें तो इसका क्षय जो है वो नहीं होता है, ये काफ़ी वृद्धिदायक। और इसमें मेरा मानना है कि पदार्थों के साथ तो हमारा झगड़ा जब तक जीवन है चलता ही रहेगा। अगर कुछ इसमें अचीव करना है तो वो है सिमरन। अगर इसका क्षय नहीं होता है इस दिन में और ये कभी भी शुरू किया जाए तो उसका हमें आरंभ करना चाहिए, उस चीज़ के ऊपर हमें ध्यान देना चाहिए जिसका क्षय ना हो, और वो है पुण्य, वो है धर्म, वो है कर्म। हम अगर इस समय में कोई भी पूजा पाठ, नित्य कर्म करते हैं, उस परमात्मा की भक्ति का राह मार्ग ढूंढ रहे हैं, तो निश्चित ही इस दिन में जो किया गया पुण्य है, जो पाठ है, जो सिमरन है, वो उसका फल हमेशा आपके साथ बना रहता है और वो आगे बढ़ता है, क्योंकि ये इसका काम है उसको गुना करना, आगे बढ़ाना। तो ये सिमरन के साथ अपने आप को जोड़ें, एक नई सोच के साथ, तो निश्चित ही इसका आपको लाभ होगा। साथ ही साथ है कल ही के दिन परशुराम जयंती। भगवान परशुराम जयंती ये 6 कॉर्नेशन थी भगवान विष्णु की, जिन्होंने उस समय में जब इस संसार में, इस पृथ्वी पे जब ये लूट खसूट, ये जो अज्ञानता, ये जो हमारे जो राजा महाराजा थे, जिन्होंने अपनी इच्छाओं की पूर्ति के लिए अपने आप को कसाई की तरह प्रयोग करना शुरू कर दिया था, तब इनके संहार के लिए, इनके अभिमान को चूर करने के लिए इन्होंने अवतार धारा और आज तक ये लिविंग है। और ये इनकी आयु इतनी है कि ये राम से पहले इनका जन्म हुआ, राम के समय में भी ये थे, और उसके बाद द्वापर युग में कृष्ण के समय पे भी भीष्म पितामह और बहुत सारे लोगों को इन्होंने जो है अपनी शिक्षा से, अपने ज्ञान से, और समाज में एक सारता, कोई बड़ा नहीं, कोई छोटा नहीं, सबके साथ न्याय, जस्टिस की बात की इन्होंने। और इनका भी कल जन्मदिन है, अक्षय तृतीया के दिन ही। साथ ही साथ भाई 2 मई, क्योंकि मेरा और आपका मिलन होगा 3 तारीख को फ्राइडे के दिन, तो 2 तारीख को शहीदों के सरताज श्री गुरु अर्जन देव जी का जन्मदिन भी आ रहा है। भाई आप सभी को उनके जन्मदिन के ऊपर भी बहुत सारी बधाइयाँ। पंजाब जगत को तो हैं, लेकिन मैं ये कहता हूँ ये बात पंजाब की नहीं है, ये पूरे विश्व की, भारत की बात है। तो हम सभी भारतवासियों को मैं अपनी ओर से हार्दिक शुभकामनाएं उस परमात्मा की, उस परमेश्वर की जिन्होंने इस संसार में हमें आगे उस समय में आगे किस तरह से जीवन में अपने बलिदान को देना है, जीवन को संभालना, उसकी हमें उनका मार्ग बताया। और फिर भी हमें कहा कि तेरा भाना मीठा लागे का उन्होंने उच्चारण किया। ऐसी शुद्ध आत्मा, ऐसी परमेश्वर की आत्मा जिनका आशीर्वाद हमारे ऊपर है, जिनकी नगरी में हम रहे हैं, भाई आप सभी को उनके जन्म की बहुत बहुत मुबारकबाद। ये कहूँ कि समय बीत रहा है भाई, अगर आप मेरे साथ टाइम बुक करना चाहते हैं, प्राइवेट कंसल्टेशन लेना चाहते हैं, नंबर आ चुका है आपकी स्क्रीन के ऊपर, मैं देख पा रहा हूँ फीडबैक नंबर। आप उस नंबर को नोट कर मेरे किसी टीम मेंबर से बात कर सकते हैं, वो आपके लिए समय बना देंगे। हो सकता है आपकी बात मेरे साथ भी हो उस समय, तो मैं भी आपके लिए समय अरेंज कर दूंगा। और जो भी उसका कार्रवाई है, जिस तरह से भी होगा वो आपको सुझा दिया जाएगा।
और ये कहना चाहूँगा कई बार आपका नंबर जो है वो हम ले नहीं पाते हैं, कॉल आपकी अटेंड नहीं की जा पा रही होती है उस समय, क्योंकि नंबर बिजी होने की वजह से या किसी निजी व्यवसाय की। तो आप अपना जब भी आपकी कॉल ना हो तो आप मैसेज बॉक्स में चले जाएं, बस वहाँ पे आप जाके अपना मैसेज छोड़ें, अपना नाम और नंबर छोड़ दें, हम आपके साथ रब्ता करेंगे, कांटेक्ट करेंगे और आपसे बात पूछेंगे कि किस तरह से हम आपकी सहायता कर सकते हैं। तो ये सारी चीज़ें होती हैं, कोशिश हमारी रहती है। और एक ख़ास तौर पे एक हमारे बहुत ही मित्र पिछले 6 महीने से वो मेरे साथ कांटेक्ट करने के लिए लगे हुए हैं, और कभी ना कभी भाईवश कुछ ऐसा हो रहा है कि चाहकर भी उनके साथ कांटेक्ट बन नहीं पा रहा है। कोशिश दोनों तरफ से हो रही है, कुछ ना कुछ ऐसी व्यस्तता रहती है, मैं उनसे माफ़ी चाहूँगा, लेकिन कोशिश करूँगा कि आने वाले 1-2 दिन में मैं आपकी जो प्रॉब्लम है, जो आपकी बात है वो ले पाऊँ और आपसे फिर से रब्ता कर पाऊँ। इसके लिए मैं आपसे माफ़ी चाहूँगा जी। आखिरी के कुछ समय फ्राइडे के दिन भाई 12 बजे से लेकर 2 बजे भी मेरा शो होता है। अगर आप चाहें, प्रोग्राम को पसंद करें तो प्लीज़ 12 बजे से लेकर 2 बजे फ्राइडे के दिन भी इस प्रोग्राम में भाग लें। आपकी समस्याएं उनको शेयर करें। एस्ट्रोलॉजी की जो सिस्टम है उसके बारे में हम बात करेंगे। मरकरी की बात रह गई है भाई, उसके बारे में अब आपसे बात होगी फ्राइडे के दिन ही। तब तक के लिए आपका दिन, आने वाला दिन मुबारक हो, और जिनका जन्मदिन है उनको बहुत बहुत मुबारकबाद। मिलूंगा